ਡਾਕਟਰ ਵੰਜਾਰਾ ਬੇਦੀ ਦੀ ਪੁਸਤਕ ਮੇਰਾ ਨਾਨਕਾ ਪਿੰਡ ਦਾ ਲੇਖ ਹੈ ਤੁਲਸਾਂ। ਸਾਡੇ ਨਾਨਕੇ ਪਿੰਡ ਇੱਕ ਕੁਟੰਬ ਸਨਾਤਨੀਆਂ ਦਾ ਵਸਦਾ ਸੀ। 2-3 ਘਰ ਨਾਲੋਂ ਨਾਲ ਜੁੜੇ ਹੋਏ, ਵਿਚਕਾਰ ਸਾਂਝਾ ਖੁੱਲ੍ਹਾ ਵਿਹੜਾ ਜਿਸ ਵਿੱਚ ਉਹਨਾਂ ਨੇ ਇੱਕ ਤੁਲਸੀ ਦਾ ਪੌਦਾ ਲਾਇਆ ਹੋਇਆ ਸੀ। ਉਹ ਰੋਜ਼ ਸਵੇਰੇ ਸ਼ਾਮੀ ਇਸ ਬੂਟੇ ਦੀ ਪੂਜਾ ਕਰਦੇ ਸਨ। ਪਿੰਡ 'ਚ ਮੰਦਰ ਕੋਈ ਨਹੀਂ ਸੀ। ਥੋੜ੍ਹੇ ਜਿਹੇ ਘਰ ਹਿੰਦੂਆਂ ਦੇ ਸਨ ਜਿਨ੍ਹਾਂ 'ਚ ਬਹੁਤੇ ਗੁਰਦੁਆਰੇ ਜਾਇਆ ਕਰਦੇ ਸਨ ਤੇ ਉਹਨਾਂ ਹਿੰਦੂ ਘਰਾਂ 'ਚ ਆਪਣਾ ਵੱਡਾ ਲੜਕਾ ਸਿੱਖ ਸਜਾਉਣ ਦਾ ਰਿਵਾਜ ਸੀ। ਪਰ ਇਹ ਕੁਟੰਬ ਕੱਟੜ ਸਨਾਤਨੀਆਂ ਦਾ ਸੀ। ਸਵੇਰੇ ਜਾਗ ਕੇ ਇਹ ਤੁਲਸੀ ਨੂੰ ਪੂਜਦੇ, ਧੂਪ ਦੀਪ ਜਲਾ ਕੇ ਪਰਿਕਰਮਾ ਕਰਦੇ ਹੋਏ ਆਰਤੀ ਉਤਾਰਦੇ। ਇੱਕ ਦਿਨ ਸਵੇਰੇ ਬਾਹਰ ਕੂਲਾਂ ਵੱਲ ਨਹਾਉਣ ਜਾਂਦਿਆਂ ਮੈਂ ਇਹਨਾਂ ਨੂੰ ਤੁਲਸੀ ਦੀ ਪੂਜਾ ਕਰਦੇ ਵੇਖਿਆ। ਘਰ ਆ ਕੇ ਇਸ ਬਾਰੇ ਬੇਜੀ ਤੋਂ ਪੁੱਛਿਆ ਤੇ ਨਾਨੀ ਜੀ ਹਿੰਦੂ ਘਰੋਂ ਆਏ ਸਨ ਤੇ ਸਨਾਤਨੀ ਸੰਸਕਾਰਾਂ ਨਾਲ ਕੁਝ ਹੱਦ ਤੱਕ ਜੁੜੇ ਹੋਏ ਸਨ। ਉਹਨਾਂ ਦੇ ਪਿਓ ਭਰਾ ਹਿੰਦੂ ਸਨ, ਭੈਣਾਂ ਹਿੰਦੂਆਂ ਦੇ ਘਰੇ ਵਿਆਹੀਆਂ ਸਨ। ਇੱਕੋ ਇੱਕ ਉਹ ਹੀ ਸਨ ਜੋ ਸਿੱਖਾਂ ਦੇ ਘਰ ਵਿਆਹੇ ਸਨ। ਤੇ ਜਦੋਂ ਮੇਰੇ ਮਾਤਾ ਪਿਤਾ ਦਾ ਵਿਆਹ ਹੋਇਆ ਤਾਂ ਨਾਨੀ ਜੀ ਨੇ ਵੇਦੀ ਦੀਆਂ ਲਾਵਾਂ ਤੇ ਜ਼ੋਰ ਦਿੱਤਾ। ਉਨੀ ਦਿਨੀ ਆਰੀਆਂ ਸਮਾਜੀਆਂ ਨੇ ਇਹ ਗੱਲ ਫੈਲਾ ਰੱਖੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੁਆਲੇ ਲਾਵਾਂ ਸਮਾਜਿਕ ਮਰਿਆਦਾ ਦੇ ਅਨੁਕੂਲ ਨਹੀਂ। ਆਨੰਦ ਕਾਰਜ ਐਕਟ ਉਦੋਂ ਅਜੇ ਨਹੀਂ ਬਣਿਆ ਸੀ। ਇਸ ਵਾਸਤੇ ਕਈ ਸ਼ਰਾਰਤੀ ਹਿੰਦੂ ਸਿੱਖਾਂ ਦੇ ਲਾਵਾਂ ਫੇਰੇ ਦਾ ਮੌਜੂ ਉਡਾਣ ਤੇ ਉਹਨੂੰ ਨਜਾਇਜ਼ ਕਰਾਰ ਦੇਣ ਤੇ ਤੁਲੇ ਹੋਏ ਸਨ। ਪਿਤਾ ਜੀ ਨੂੰ ਵੇਦੀ ਦੀਆਂ ਲਾਵਾਂ ਮਨਜ਼ੂਰ ਨਹੀਂ ਸਨ। ਇੱਕ ਜਵਾਨੀ ਸੀ, ਦੂਜਾ ਸਿੰਘ ਸਭੀਏ, ਸੋ ਅੜ ਬੈਠੇ। ਅਜੀਬ ਸਥਿਤੀ ਪੈਦਾ ਹੋ ਗਈ ਤਾਂ ਬਜ਼ੁਰਗਾਂ ਨੇ ਵਿੱਚ ਪੈ ਕੇ ਫੈਸਲਾ ਕੀਤਾ ਕਿ ਪਹਿਲਾਂ ਵੇਦੀ ਦੀਆਂ ਲਾਵਾਂ ਹੋ ਜਾਣ, ਮਗਰੋਂ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਲੈ ਜਾਣ। ਇਉਂ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ। ਵਿਆਹ ਮਗਰੋਂ ਪਿਤਾ ਜੀ ਨੇ ਆਪਣੇ ਸਹੁਰੇ ਘਰ ਕੋਈ ਵਹਿਮ ਭਰਮ ਨਾ ਚੱਲਣ ਦਿੱਤਾ। ਉਸ ਘਰ 'ਚ ਮੁੜ ਕਿਸੇ ਨੂੰ ਵਰਤ ਰੱਖਣ ਦੀ ਹਿੰਮਤ ਨਾ ਪਈ। ਵਾਰ, ਮਹੀਨੇ ਤੇ ਗ੍ਰਹਿਆਂ ਦੇ ਸਭ ਭਰਮ ਸਾਹ ਘੁੱਟ ਕੇ ਰਹਿ ਗਏ। ਉਹਨਾਂ ਦੀ ਸ਼ਖਸੀਅਤ ਹੀ ਕੁਝ ਐਸੀ ਸੀ ਕਿ ਉਹਨਾਂ ਦੇ ਸਾਹਮਣੇ ਫੋਕਟ ਕਰਮ ਕਾਂਡ ਕਰਨ ਦੀ ਕਿਸੇ ਨੂੰ ਜੁਰਤ ਨਹੀਂ ਸੀ ਪੈਂਦੀ। ਚਿਹਰੇ ਤੇ ਇੱਕ ਜਲਾਲ ਭਖਦਾ ਸੀ। ਸਭ ਫੋਕਟ ਕਰਮ ਕਾਂਡਾਂ ਨੂੰ ਉਹ ਪਖੰਡ ਦੱਸਦੇ ਸਨ। ਦੀਵਾਲੀ ਦੇ ਲੋਹੜੀ ਵਰਗੇ ਤਿਉਹਾਰਾਂ ਵਿੱਚ ਵੀ ਉਹਨਾਂ ਦੀ ਉੱਕੀ ਦਿਲਚਸਪੀ ਨਹੀਂ ਸੀ। ਦੀਵਾਲੀ ਵਾਲੀ ਰਾਤ ਤੋਂ ਤਰਕਾਲਾਂ ਪੈਂਦੇ ਸਾਰੀ ਬਿਸਤਰੇ ਤੇ ਜਾ ਲੰਮੇ ਪੈਂਦੇ। ਕਾਹਦੇ ਦੀਵੇ ਬਾਲੇ ਹੋਏ, ਨਿਰਾ ਟਕੌਂਸਲਾ। ਉਹ ਕਹਿੰਦੇ ਅਸਾਂ ਬੱਚਿਆਂ ਦੀ ਖੁਸ਼ੀ ਵਾਸਤੇ ਮਠਿਆਈ, ਪਟਾਕੇ, ਮੋਮਬੱਤੀਆਂ ਜ਼ਰੂਰ ਲਿਆ ਦਿੰਦੇ ਹਾਂ। ਇਹੋ ਹਾਲ ਲੋਹੜੀ ਵਾਲੀ ਰਾਤ ਹੁੰਦਾ। ਬਾਊ ਜੀ ਅੰਦਰ ਸੁੱਤੇ ਹੁੰਦੇ ਤੇ ਅਸੀਂ ਬਾਹਰ ਗਲੀ 'ਚ ਬੈਠੇ ਲੋਹੜੀ ਸੇਕ ਰਹੇ ਹੁੰਦੇ। ਨਾਨੀ ਜੀ ਤੋਂ ਮੈਂ ਜਦੋਂ ਤੁਲਸੀ ਬਾਰੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਉਹ ਕੁਵਾਰਿਆਂ ਕੱਤਕ ਦੇ ਮਹੀਨੇ 'ਚ ਤੁਲਸੀ ਪੂਜਦੇ ਰਹੇ ਹਨ। ਤੁਲਸਾਂ ਬਾਰੇ ਉਹਨਾਂ ਨੇ ਇੱਕ ਕਥਾ ਵੀ ਸੁਣਾਈ। ਤੁਲਸਾ ਇੱਕ ਮੁਟਿਆਰ ਸੀ ਜਿਹਨੇ ਵਿਸ਼ਨੂੰ ਨੂੰ ਪਤੀ ਦੇ ਰੂਪ 'ਚ ਗ੍ਰਹਿਣ ਕਰਨ ਲਈ ਕਰੜੀ ਤਪੱਸਿਆ ਕੀਤੀ। ਜਦੋਂ ਵਿਸ਼ਨੂੰ ਦੀ ਪਤਨੀ ਲక్ష్ਮੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਦਾ ਤਨ ਬਦਨ ਕ੍ਰੋਧ ਨਾਲ ਭਖਣ ਲੱਗਾ। ਲక్ష్ਮੀ ਸਾਹ ਹੋਈ ਤੁਲਸਾਂ ਕੋਲ ਪੁੱਜੀ ਜੋ ਜੰਗਲ 'ਚ ਨਦੀ ਦੇ ਕੰਢੇ ਬੈਠੀ ਵਿਸ਼ਨੂੰ ਨੂੰ ਸਿਮਰ ਰਹੀ ਸੀ। ਲక్ష్ਮੀ ਨੇ ਕ੍ਰੋਧ 'ਚ ਆ ਕੇ ਤੁਲਸਾਂ ਨੂੰ ਨਦੀ ਦੇ ਕੰਢੇ ਉੱਗੇ ਝਾੜ ਬੂਟਿਆਂ ਵਿੱਚ ਇੱਕ ਪੌਦਾ ਬਣ ਜਾਣ ਦਾ ਸਰਾਪ ਦਿੱਤਾ। ਤੁਲਸਾਂ ਨੇ ਲక్ష్ਮੀ ਅੱਗੇ ਤਰਲਾ ਕਰਦਿਆਂ ਕਿਹਾ, ਠੀਕ ਏ, ਪਰ ਇਹ ਪੌਦਾ ਆਪਣੇ ਵਿਹੜੇ ਵਿੱਚ ਜ਼ਰੂਰ ਲਗਾਏ। ਲక్ష్ਮੀ ਨੇ ਤੁਲਸਾਂ ਦੀ ਆਖਰੀ ਖੁਆਇਸ਼ ਪੂਰੀ ਕਰਨ ਦਾ ਵਾਅਦਾ ਕੀਤਾ। ਉਸੇ ਛਣ ਤੁਲਸਾਂ ਬੂਟਾ ਬਣ ਗਈ। ਲక్ష్ਮੀ ਨੇ ਬੂਟਾ ਘਰ ਲਿਆ ਕੇ ਵਿਹੜੇ 'ਚ ਗੱਡ ਦਿੱਤਾ। ਵਿਸ਼ਨੂੰ ਬੂਟੇ ਨੂੰ ਵੇਖਦੇ ਸਾਰ ਸੂਖਮ ਦ੍ਰਿਸ਼ਟੀ ਨਾਲ ਸਾਰੀ ਗੱਲ ਜਾਣ ਗਏ। ਵਿਸ਼ਨੂੰ ਦੇ ਅੰਦਰ ਦੀ ਤੁਲਸਾਂ ਲਈ ਪ੍ਰੇਮ ਦੀ ਚੰਗਿਆੜੀ ਭਖ ਉੱਠੀ। ਉਹਨਾਂ ਨੇ ਆਪਣੇ ਪਸੀਨੇ ਵਿੱਚੋਂ ਇੱਕ ਸਾਲਗਰਾਮ ਸਿਰਜਿਆ ਤੇ ਤੁਲਸੀ ਦੇ ਬੂਟੇ ਦੇ ਕੋਲ ਟਿਕਾਂਦਿਆਂ ਵਰ ਦਿੱਤਾ, ਮੈਂ ਸਾਲਗਰਾਮ ਦੇ ਰੂਪ ਵਿੱਚ ਹਮੇਸ਼ਾ ਤੇਰੇ ਨਾਲ ਰਹਾਂਗਾ। ਇਸ ਵਾਸਤੇ ਜਦੋਂ ਤੁਲਸੀ ਦੇ ਬੂਟੇ ਨੂੰ ਪਾਣੀ ਦਿੱਤਾ ਜਾਂਦਾ ਤੇ ਪਹਿਲਾਂ ਪਾਣੀ ਦੇ ਕਟੋਰੇ 'ਚ ਸਾਲਗਰਾਮ ਨੂੰ ਫੇਰ ਲਿਆ ਜਾਂਦਾ ਹੈ। ਪਰ ਮਿਸ਼ਰਾਣੀ ਜੋ ਕਥਾ ਸੁਣਾਇਆ ਕਰਦੀ ਉਹ ਇਸ ਨਾਲੋਂ ਵੱਖਰੀ ਹੈ। ਉਹ ਦੱਸਦੀ ਹੈ ਵੀ ਜਲੰਧਰ ਦੈਂਤ ਦੀ ਪਤਨੀ ਵਰਿੰਦਾ ਆਪਣੇ ਸੱਤ ਵਿੱਚ ਬੜੀ ਸੁੱਚੀ ਸੀ ਤੇ ਜਲੰਧਰ ਨੂੰ ਵਰ ਪ੍ਰਾਪਤ ਸੀ ਵੀ ਜਦੋਂ ਤੱਕ ਵਰਿੰਦਾ ਦਾ ਸੱਤ ਧਰਮ ਕਾਇਮ ਹੈ ਕੋਈ ਉੱਤੇ ਫਤਿਹ ਪ੍ਰਾਪਤ ਨਹੀਂ ਕਰ ਸਕਦਾ। ਜਲੰਧਰ ਨੇ ਅਭਿਮਾਨ 'ਚ ਆ ਕੇ ਲੋਕਾਂ ਨੂੰ ਬੜੇ ਦੁੱਖ ਤਸੀਹੇ ਦੇਣੇ ਸ਼ੁਰੂ ਕਰਤੇ ਤੇ ਜਲੰਧਰ ਦੀ ਦੇਵੀ ਸ਼ਕਤੀ ਨਸ਼ਟ ਕਰਨ ਲਈ ਪਹਿਲਾਂ ਸ਼ਿਵ ਜੀ ਨੇ ਵਰਿੰਦਾ ਨੂੰ ਭਰਮਾਉਣਾ ਚਾਹਿਆ, ਫਿਰ ਵਿਸ਼ਨੂੰ ਨੇ, ਪਰ ਦੋਹਾਂ ਨੂੰ ਸਫਲਤਾ ਪ੍ਰਾਪਤ ਨਾ ਹੋਈ। ਅਖੀਰ ਵਿਸ਼ਨੂੰ ਜਲੰਧਰ ਦਾ ਰੂਪ ਧਾਰ ਕੇ ਵਰਿੰਦਾ ਕੋਲ ਗਏ ਤੇ ਉਸ ਨਾਲ ਸਰੀਰਕ ਭੋਗ ਕੀਤਾ। ਵਰਿੰਦਾ ਨੂੰ ਇਸ ਭੇਦ ਦਾ ਉਦੋਂ ਗਿਆਨ ਹੋਇਆ ਜਦੋਂ ਆਪਣਾ ਸੱਤ ਗਵਾ ਬੈਠੇ ਸੀ ਤੇ ਵਰਿੰਦਾ ਦੇ ਤਨ ਬਦਨ ਨੂੰ ਜਿਵੇਂ ਅੱਗ ਜੀ ਲੱਗ ਗਈ। ਉਹਨੇ ਕ੍ਰੋਧਵਾਨ ਹੋ ਕੇ ਵਿਸ਼ਨੂੰ ਨੂੰ ਪੱਥਰ ਮਤਲਬ ਸਾਲਗਰਾਮ ਹੋ ਜਾਣ ਦਾ ਸਰਾਪ ਦਿੱਤਾ। ਵਿਸ਼ਨੂੰ ਵੀ ਗੁੱਸੇ 'ਚ ਭਖਣ ਲੱਗੇ ਕਿਉਂ ਜੋ ਉਹਨਾਂ ਨੇ ਇਹ ਸੰਭੋਗ ਲਿੱਜ਼ਤ ਲਈ ਨਹੀਂ ਸੀ ਕੀਤਾ, ਲੋਕ ਕਲਿਆਣ ਤੇ ਦੇਵਪੁਰੀ ਦੀ ਰੱਖਿਆ ਵਾਸਤੇ ਕੀਤਾ ਸੀ।
ਸੋ ਉਹਨਾਂ ਨੇ ਵਰਿੰਦਾ ਨੂੰ ਤੁਲਸੀ ਦਾ ਬੂਟਾ ਬਣਨ ਦਾ ਸਰਾਪ ਦਿੰਦਿਆਂ ਕਿਹਾ, ਤੇਰੇ ਮੇਰੇ ਸੰਬੰਧ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੇ। ਲੋਕੀ ਤੇਰਾ ਮੇਰਾ ਵਿਆਹ ਬਾਰ-ਬਾਰ ਰਚਾਉਂਦੇ ਰਹਿਣਗੇ। ਜਿਹੜਾ ਭਗਤ ਇਹ ਵਿਆਹ ਸ਼ਰਧਾ ਪੂਰਵਕ ਕਰਾਏਗਾ ਉਹਦੀ ਮਨੋਕਾਮਨਾ ਹਮੇਸ਼ਾ ਹੀ ਪੂਰੀ ਹੋਏਗੀ। ਇਹ ਘਟਨਾ ਕੱਤਕ ਦੀ ਚਾਨਣੀ ਇਕਾਦਸ਼ੀ ਦੀ ਸੀ। ਉਦੋਂ ਤੋਂ ਇਸ ਤਿੱਥ ਨੂੰ ਵਿਸ਼ਨੂੰ ਭਗਤਾਂ ਵਿੱਚ ਤੁਲਸਾਂ ਦਾ ਵਿਆਹ ਸਾਲਗ੍ਰਾਮ ਨਾਲ ਰਚਾਉਣ ਦੀ ਪ੍ਰਥਾ ਚੱਲ ਪਈ। ਸਾਲਗ੍ਰਾਮ ਨੂੰ ਸਜਾ ਸ਼ਿੰਗਾਰ ਕੇ ਪਾਲਕੀ 'ਚ ਬਿਠਾ ਕੇ ਉੱਥੇ ਲਿਆਇਆ ਜਾਂਦਾ ਹੈ ਜਿੱਥੇ ਤੁਲਸਾਂ ਦਾ ਪੌਦਾ ਉਗਾਇਆ ਗਿਆ ਹੋਵੇ। ਤੁਲਸਾਂ ਦੇ ਬੂਟੇ ਨੂੰ ਦੁਲਹਨ ਵਾਂਗ ਸ਼ਿੰਗਾਰ ਕੇ ਉਹਦੇ ਤੇ ਗੋਟੇ ਕਿਨਾਰੇ ਵਾਲੀ ਲਾਲ ਚੁੰਨੀ ਕਰਵਾ ਦਿੱਤੀ ਜਾਂਦੀ ਹੈ ਤੇ ਸਾਲਗ੍ਰਾਮ ਨੂੰ ਪਾਲਕੀ 'ਚੋਂ ਕੱਢ ਕੇ ਤੁਲਸਾਂ ਦੇ ਬੂਟੇ ਦੇ ਕੋਲ ਇੱਕ ਚੌਂਕੀ ਤੇ ਟਿਕਾ ਦਿੱਤਾ ਜਾਂਦਾ ਹੈ। ਫਿਰ ਦੋਹਾਂ ਦੇ ਲਾਵਾਂ ਫੇਰੇ ਕੀਤੇ ਜਾਂਦੇ ਨੇ, ਗੀਤ ਵੀ ਗਾਏ ਜਾਂਦੇ ਨੇ। ਆਨੀ ਤੁਲਸਾ ਬੈਠ ਸਰਾਣੇ, ਤੇਰੇ ਘਰ ਆਏ ਗੋਪਾਲ ਵਿਆਹੁਣੇ, ਵਰ ਪਾਇਆ ਪਰਮੇਸ਼ਰ ਪਾਇਆ, ਕੁੜੀਓ ਦਿਓ ਵਧਾਈਆਂ। ਤੇ ਕੱਤਕ ਦੇ ਸਾਰੇ ਮਹੀਨੇ ਤੁਲਸੀ ਦੀ ਉਚੇਚੀ ਪੂਜਾ ਕੀਤੀ ਜਾਂਦੀ ਹੈ। ਇੱਕ ਥਾਲ ਆਟੇ ਦੇ ਦੀਵੇ ਤੇ ਕੁਝ ਸਮੱਗਰੀ, ਧੂਪ, ਫਲ, ਚਾਵਲ ਰੱਖ ਕੇ ਤੀਵੀਆਂ ਤੁਲਸੀ ਦੀ ਪਰਿਕਰਮਾ ਕਰਦੀਆਂ, ਆਰਤੀ ਉਤਾਰਦੀਆਂ ਨੇ ਤੇ ਨਾਲ ਹੀ ਤੁਲਸੀ ਉੱਤੇ ਫੁੱਲ ਚੌਲੀ ਬਖੇਰਦੀਆਂ ਨੇ। ਇਹ ਤੋਂ ਬਾਅਦ ਤੁਲਸੀ ਦੀ ਜੜ ਕੋਲ ਦੀਵਾ ਬਾਲ ਕੇ ਤੁਕਾਂ ਉਚਾਰੀਆਂ ਜਾਂਦੀਆਂ ਨੇ। ਤੁਲਸੀ ਦੀਵਾ ਬਾਲਿਆ, ਮੈਨੂੰ ਮਰਦੀ ਨੂੰ ਸੰਭਾਲਿਆ, ਤੁਲਸੀ ਦੀਵਟ ਬਲੀ, ਜਮਦੀ ਪੀੜ ਟਲੀ। ਹਿੰਦੂਆਂ ਦਾ ਨਿਸ਼ਚੈ ਹੈ ਕਿ ਮਰਨ ਮਗਰੋਂ ਪ੍ਰਾਣੀ ਦੀ ਰੂਹ ਜਦੋਂ ਹਨੇਰੇ ਤੇ ਵਿਖੜੇ ਮਾਰਗ ਤੋਂ ਲੰਘਦੀ ਹੈ ਤਾਂ ਤੁਲਸੀ ਦੀ ਜੜ ਵਿੱਚ ਬਾਲੀ ਜੋਤ ਉਸ ਹਨੇਰੇ ਪੰਧ ਨੂੰ ਰੁਸ਼ਨਾ ਦਿੰਦੀ ਹੈ। ਤੁਲਸੀ ਦੀ ਬਖਸ਼ਿਸ਼ ਸਦਕਾ ਜਮਦੂਤ ਵੀ ਪ੍ਰਾਣੀ ਨੂੰ ਕਸ਼ਟ ਨਹੀਂ ਦਿੰਦੇ। ਪਿੰਡ ਵਿੱਚ ਤੁਲਸਾਂ ਦੀ ਇੱਕ ਭਗਤਣੀ ਦੁਲਾਰੀ ਸੀ, ਬੜੀ ਬਿਰਧ। ਸਾਰੇ ਦੰਦ ਡਿੱਗਣ ਕਰਕੇ ਉਹਦਾ ਮੂੰਹ ਆਲਾ ਜਿਹਾ ਬਣਿਆ ਸੀ। ਚਿਹਰੇ ਤੇ ਦੁਨੀਆ ਭਰ ਦੇ ਨਕਸ਼ੇ ਪਛਾਣੇ ਜਾ ਸਕਦੇ ਸੀ। ਉਹ ਰੋਜ਼ ਸਵੇਰੇ ਸ਼ਾਮ ਤੁਲਸਾਂ ਦੀ ਪੂਜਾ ਕਰਦੀ ਸੀ। ਸੁੱਖ ਹੋਵੇ, ਦੁੱਖ ਹੋਵੇ, ਮੀਂਹ ਹੋਵੇ, ਝੱਖੜ, ਆਪਣਾ ਨੇਮ ਕਦੇ ਨਾ ਖੁਜਾਉਂਦੀ। ਤੁਲਸੀ ਦੇ 2-3 ਪੱਤੇ ਉਹ ਹਮੇਸ਼ਾ ਆਪਣੇ ਚੂਕਾਂ ਨਾਲ ਬੰਨੀ ਰੱਖਦੀ। ਇੱਕ ਦਿਨ ਕਿਸੇ ਉਹਨੂੰ ਪੁੱਛਿਆ, ਤਾਈ ਇਹ ਤੁਲਸੀ ਚੂਕਾਂ ਨਾਲ ਕਿਉਂ ਬੰਨੀ ਫਿਰਦੀ ਹੈ? ਬੱਚੀ ਇਹ ਹੁਣ ਬੁੱਢੀ ਠੇਰੀ ਹੋ ਗਈ ਆ, ਪਤਾ ਨਹੀਂ ਕਿਸ ਵੇਲੇ ਫੂਕ ਨਿਕਲ ਵੰਜੇ, ਐਸ ਉਮਰੇ ਕੋਈ ਵਸਾ ਨਹੀਂ ਹੁੰਨਾ। ਤੇ ਜੇ ਤੁਲਸੀ ਪੱਲੇ ਨਾਲ ਬੰਨੀ ਹੋਵੇ ਤਾਂ ਜਮਦੂਤ ਕਸ਼ਟ ਨਹੀਂ ਦੇਣੇ। ਤੇ ਮਰਨ ਵੇਲੇ ਜੇ ਪ੍ਰਾਣੀ ਦੇ ਹੱਥਾਂ 'ਚ ਤੁਲਸੀ ਨਾ ਪੱਤਾ ਹੋਵੇ ਤਾਂ ਭੀਆਂ ਵਾਲਾ ਪੈਂਡਾ ਸੌਖਾ ਕੱਟ ਜਾਣਾ ਹੈ। ਤਾਈ ਦੁਲਾਰੀ ਮੂੰਹ ਮਾਰਦੀ ਹੋਈ ਚਿੱਤ ਕੇ ਗੱਲਾਂ ਕਰਦੀ ਸੀ। ਹਫ਼ਤਾ ਕੁ ਹੋਇਆ ਮਹਿੰਡਾ ਸੰਘਾ ਨੱਪੜਿਆ ਗਿਆ, ਅੱਖਾਂ ਅੱਡੀਆਂ ਗਈਆਂ, ਨਾੜਾਂ ਖਿੱਚੀਆਂ ਗਈਆਂ। ਮੈਂ ਜਾਤਾ ਹੁਣੇ ਮੋਈ। ਮੈਂ ਕਾਲੀ ਨਾਲ ਤੁਲਸੀ ਚੂਕਾਂ ਨਾਲੋਂ ਖੋਲ ਕੇ ਮੁੱਠੀ 'ਚ ਘੁੱਟ ਕੀਤੀ, ਪਰ ਮੈਂ ਮਰੀ ਨਹੀਂ। ਜਰਾ ਸਾਹ ਸੁਖਾਲਾ ਹੋਇਆ ਤਾਂ ਤੁਲਸੀ ਮੁੜ ਮੈਂ ਚੂਕਾਂ ਪੱਲੇ ਬੰਦ ਕੀਤੀ। ਤੇ ਤੁਲਸੀ ਦਾ ਪੱਤਾ ਤਾਈ ਦੁਲਾਰੀ ਵਾਸਤੇ ਇੱਕ ਤਰ੍ਹਾਂ ਦੀ ਰਾਹਦਾਰੀ ਸੀ, ਜਿਹਦੇ ਕੋਲ ਹੁੰਦੇ ਨਾ ਤਾਂ ਜਮਦੂਤਾਂ ਦਾ ਡਰ ਰਹਿੰਦਾ ਤੇ ਨਾ ਹਨੇਰ ਡਰਾਉਣਾ ਲੱਗਦਾ ਹੈ। ਸਭ ਪੈਂਡੇ ਸੁਖਾਲੇ ਹੋ ਜਾਂਦੇ ਨੇ। 2 ਕੁ ਦਿਨਾਂ ਨੂੰ ਗ੍ਰਹਿਣ ਲੱਗਣ ਵਾਲਾ ਇਹ ਭੈਣੇ ਬੁੱਢੀ ਦੁਲਾਰੀ ਕੋਲ ਬੈਠੇ ਨਾਨੀ ਜੀ ਨੂੰ ਸਮਝਾਉਣ ਲੱਗੀ। ਗ੍ਰਹਿਣ ਵੇਲੇ ਸਾਰਾ ਘਰ ਭਿੱਟੀ ਜਾਣਾ, ਰਾਖਸ਼ਾਂ ਮਲੇਛਾਂ ਨੂੰ ਪਹਿਰਾ ਜੋ ਹੋਣਾ ਤੇ ਘਰਿਆਂ ਜੇ ਭਿੱਟਾਂ ਤੋਂ ਬਚਾਈ ਰੱਖਣਾ ਹੋਵੇ ਤਾਂ ਤੁਲਸੀ ਦੇ ਪੱਤਿਆਂ ਤੇ ਗੰਗਾ ਜਲੀ ਤਰੌਂਕ ਕੇ ਇੱਕ ਪੱਤਾ ਪਾਣੀ ਦੇ ਘੜੇ 'ਚ, ਇੱਕ ਆਟੇ ਦਾਲਾਂ ਦੇ ਪੀਪਿਆਂ 'ਚ, ਇੱਕ ਭਾਂਡਿਆਂ ਨੇ ਢੇਰ ਤੇ ਇੱਕ ਸਭਨਾ ਕੋਠਿਆਂ 'ਚ ਰੱਖ ਦੇਈ। ਸਾਰਾ ਘਰ ਪਵਿੱਤਰ ਸੀ ਆ। ਪਿੱਛੇ ਜੇ ਪਿੰਡ 'ਚ ਇੱਕ ਖੂਹ ਖੋਦਿਆ ਗਿਆ ਪਰ ਹੇਠੋਂ ਪਾਣੀ ਨਾ ਨਿਕਲਿਆ ਤਾਂ ਉਹ ਥਾਂ ਮੁੜ ਪੂਰ ਦਿੱਤੀ ਗਈ ਤੇ ਉੱਤੋਂ ਦੁਲਾਰੀ ਲੋਕਾਂ ਨੂੰ ਕਹਿੰਦੀ ਫਿਰਦੀ ਸੀ, ਮਹਿੰਡੀ ਕਿਸੇ ਹਿੱਕ ਨਾ ਮੰਨੀ। ਜੇ ਖੋਹਿਆਂ ਖੋਣਨ ਤੋਂ ਪਹਿਲਾਂ ਉੱਥੇ ਸਾਲਗ੍ਰਾਮ ਤੁਲਸਾਂ ਦਾ ਵਿਆਹ ਰਚਾਉਂਦੇ, ਫੇਰ ਵੇਖਦੇ ਕਿਵੇਂ ਪਾਣੀ ਸ਼ਰ ਕਰਕੇ ਨਿਕਲਣਾ, ਉੱਕੀ ਤੋੜਨਾ ਆਪਣੀ। ਤੇ ਕਹਿੰਦੇ ਨੇ ਸਾਲਗ੍ਰਾਮ ਤੇ ਤੁਲਸਾਂ ਦਾ ਵਿਆਹ ਰਚਾਉਣ ਲਈ ਜਿਵੇਂ ਵੀ ਵਿਆਹੀ ਜਾਂਦੀ ਹੈ, ਜੇ ਉਹ ਬਾਂਝ ਹੋਵੇ ਤਾਂ ਜ਼ਰਖੇਜ਼ ਹੋ ਜਾਂਦੀ ਹੈ, ਜੇ ਸੁੱਕੀ ਹੋਵੇ ਤਾਂ ਹਰੀ। ਪਾਣੀ ਛੇਤੀ ਨਿਕਲਦਾ ਤੇ ਮਿੱਠਾ ਵੀ ਰੱਜ ਕੇ ਹੁੰਦਾ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਕੰਨਿਆ ਦਾਨ ਦਾ ਬੜਾ ਮਹੱਤਵ ਹੈ। ਇਹ ਸਭ ਤੋਂ ਵੱਡਾ ਦਾਨ ਸਮਝਿਆ ਗਿਆ ਹੈ। ਕਿਸੇ ਇੱਕ ਪੁੰਨ ਕਾਰਜ ਸਦਕਾ ਬਹੁਤ ਸਾਰੇ ਪਾਪ ਸਹਿਜ ਰੂਪ 'ਚ ਨਾਸ ਹੋ ਜਾਂਦੇ ਨੇ। ਮਿਸ਼ਰਾਣੀ ਦੱਸਦੀ ਹੈ ਕਿ ਜੇ ਤੁਲਸਾਂ ਨੂੰ ਘਰ 'ਚ ਬੀਜ ਕੇ ਧੀ ਵਾਂਗ ਪ੍ਰੋਤ ਨੂੰ ਵਿਆਹ ਦਿੱਤਾ ਜਾਏ ਤਾਂ ਇਹਦਾ ਕੰਨਿਆਦਾਨ ਜਿੰਨਾ ਹੀ ਮਹੱਤਵ ਹੁੰਦਾ ਹੈ। ਇਸੇ ਲਈ ਕਈ ਸਨਾਤਨੀ ਹਿੰਦੂ ਤੁਲਸਾਂ ਨੂੰ ਕੰਨਿਆ ਵਾਂਗ ਪਾਲ ਕੇ ਉਹਦਾ ਵਿਆਹ ਸ਼ਗਨਾਂ ਤੇ ਰਸਮਾਂ ਰੀਤਾਂ ਨਾਲ ਕਰਦੇ ਨੇ। ਪਹਿਲਾਂ ਕਿਸੇ ਪ੍ਰੋਹਤ ਨਾਲ ਤੁਲਸਾਂ ਦੀ ਸਗਾਈ ਕੀਤੀ ਜਾਂਦੀ ਹੈ ਤੇ ਫਿਰ ਮਹੂਰਤ ਕੱਢ ਕੇ ਵਿਆਹ ਸੋਧਿਆ ਜਾਂਦਾ ਹੈ। ਪ੍ਰੋਹਤ ਸਿਹਰੇ ਗਾਨੇ ਬੰਨੀ ਘੋੜੀ ਤੇ ਚੜ ਕੇ ਵਾਜੇ ਗਾਜੇ ਨਾਲ ਬਰਾਤ ਸਮੇਤ ਢੁੱਕਦਾ ਹੈ ਤੇ ਤੁਲਸਾਂ ਦੇ ਪੌਦੇ ਨੂੰ ਸਜਾ ਸ਼ਿੰਗਾਰ ਕੇ ਉੱਪਰ ਲਾਲ ਗੋਟੇ ਵਾਲੀ ਚੁੰਨੀ ਜਾਂ ਸਾਲੂ ਦਿੱਤਾ ਜਾਂਦਾ ਹੈ। ਵੇਦੀ ਉੱਤੇ ਤੁਲਸਾਂ ਪ੍ਰੋਹਤ ਦੇ ਨਾਲ ਦੁਲਹਨ ਵਾਂਗ ਬਿਠਾਈ ਜਾਂਦੀ ਹੈ। ਪੰਡਤ ਵੇਦਾਂ ਦਾ ਮੰਤਰ ਉਚਾਰਦਾ ਹੋਇਆ ਲਾਵਾਂ ਫੇਰੇ ਕਰਵਾਉਂਦਾ ਹੈ ਤੇ ਫਿਰ ਤੁਲਸਾਂ ਨੂੰ ਡੋਲੀ 'ਚ ਬਿਠਾ ਕੇ ਦਾਜ, ਦੌਣ, ਕੱਪੜੇ, ਭਾਂਡੇ ਹੋਰ ਨਿੱਕ ਸੁੱਖ ਸਮੇਤ ਵਿਦਾ ਕੀਤਾ ਜਾਂਦਾ ਹੈ। ਵਿਆਹ ਦੇ ਮਗਰੋਂ ਉਹ ਪ੍ਰੋਹਤ ਉਸ ਘਰ ਦਾ ਜਵਾਈ ਸਮਝਿਆ ਜਾਂਦਾ ਹੈ। ਜਦੋਂ ਵੀ ਉਹ ਸਹੁਰੇ ਘਰ ਆਉਂਦਾ ਹੈ ਆਪਣੇ ਨਾਲ
ਤੁਲਸੀ ਦੀ ਇੱਕ ਟਹਿਣੀ ਲਿਆਂਦਾ ਹੈ ਤੇ ਉਹਦਾ ਆਦਰ ਭਾਉ ਜਵਾਈ ਵਾਂਗ ਕੀਤਾ ਜਾਂਦਾ ਹੈ। ਉਸ ਪੁਰੋਹਿਤ ਨੂੰ ਘਰੋਂ ਕਦੀ ਖਾਲੀ ਨਹੀਂ ਟੋਰਿਆ ਜਾਂਦਾ। ਅਗਲਾ ਲੇਖ ਹੈ ਝੂਠ ਬੋਲਣ ਵਾਲਾ ਫੁੱਲ। ਇੱਕ ਦਿਨ ਮਾਮਾ ਜੀ ਕੇਵੜੇ ਦਾ ਇੱਕ ਬੂਟਾ ਕਿਧਰੋਂ ਪੁੱਟ ਲਿਆਏ ਤੇ ਉਹਨੂੰ ਵਿਹੜੇ 'ਚ ਗੱਡਣ ਵਾਸਤੇ ਕੋਈ ਥਾਂ ਲੱਭਣ ਲੱਗੇ। ਕੋਲ ਹੀ ਨਾਨਾ ਜੀ ਖੜੇ ਸਨ। ਹੱਸਦਿਆਂ ਕਹਿਣ ਲੱਗੇ, ਬੱਚਿਆ, ਇਹ ਝੂਠ ਬੋਲਣੇ ਵਾਲਾ ਬੂਟਾ ਕਿੱਥੋਂ ਪੱਟ ਲਿਆਇਆ ਹੈ? ਇੱਥੇ ਕਿਹੜੀ ਜਾਈ ਪਿੱਛੇ ਹਵੇਲੀ 'ਚ ਗੱਡ ਦੇ। ਤੇ ਮੈਂ ਹੈਰਾਨ ਹੋ ਕੇ ਨਾਨਾ ਜੀ ਵੱਲ ਵੇਖਣ ਲੱਗਾ। ਕਦੇ ਫੁੱਲ ਵੀ ਝੂਠ ਬੋਲਦੇ ਨੇ? ਫੁੱਲ ਨੂੰ ਬੋਲਦਿਆਂ ਤਾਂ ਮੈਂ ਕਦੇ ਸੁਣਿਆ ਨਹੀਂ ਸੀ। ਜੇ ਫੁੱਲ ਕਦੇ ਬੋਲੇ ਵੀ ਤਾਂ ਉਹਦਾ ਬੋਲ ਹਮੇਸ਼ਾ ਸੱਚਾ ਸੁੱਚਾ ਹੋਏਗਾ। ਫੁੱਲ ਤਾਂ ਸੱਤ ਸੁਹਾਣ ਹੁੰਦਾ, ਨਿਰੀ ਮਹਿਕ। ਉਹਦੇ ਕੋਮਲ ਅੰਗਾਂ 'ਚ ਇੰਨੀ ਸਖਤਾ ਕਿੱਥੇ ਕਿ ਉਹ ਝੂਠ ਦਾ ਬੋਝ ਸਹਾਰ ਸਕੇ। ਫੁੱਲ ਤਾਂ ਸੂਰਜ ਵਾਂਗ ਸਵੱਛ ਹੈ, ਇਹਦੀ ਛੋਹ ਹਿਰਦੇ ਨੂੰ ਸਦਾ ਪਵਿੱਤਰਤਾ ਬਖਸ਼ਦੀ ਹੈ। ਮੈਂ ਇੱਕ ਵਾਰ ਗੁਲਾਬ ਦੇ ਫੁੱਲ ਨੂੰ ਭਖਦੀ ਅੱਗ ਦੇ ਕੋਲ ਲੈ ਗਿਆ ਸੀ ਤੇ ਉਸੇ ਵੇਲੇ ਉਹਦੀਆਂ ਲਾਲ ਸੂਈਆਂ ਪੱਤੀਆਂ ਝੌਂ ਗਈਆਂ। ਝੂਠ ਦਾ ਸੇਕ ਤਾਂ ਅੱਗ ਨਾਲੋਂ ਵੀ ਜ਼ਿਆਦਾ ਸਾੜਵਾ ਹੁੰਦਾ ਤੇ ਫੁੱਲ ਕਿਵੇਂ ਝੂਠ ਬੋਲ ਸਕਦਾ ਹੈ? ਕੇਵੜੇ ਨੇ ਕਿਵੇਂ ਝੂਠ ਬੋਲਿਆ? ਮੈਂ ਪੁੱਛੇ ਬਗੈਰ ਨਾ ਰਹਿ ਸਕਿਆ। ਕੇਵੜੇ ਨੇ ਵਿਸ਼ਨੂੰ ਦੇਵਤੇ ਅੱਗੇ ਝੂਠ ਬੋਲਿਆ। ਪਹਿਲਾਂ ਇਸਨੀ ਮਹਿਕ ਕੁਆਂ ਤੀਕ ਫੈਲੀ ਰਹਿਣੀ ਅਹੀ ਤੇ ਝੂਠ ਬੋਲਣ ਸਦਕਾ ਇਹ ਨੀ ਮਹਿਕ ਸੁੰਗੜ ਕੇ ਰਹਿ ਗਈ ਹੈ। ਉਹ ਕਿਵੇਂ? ਨਾਨਾ ਜੀ ਨੇ ਮੈਨੂੰ ਸਾਰੀ ਕਹਾਣੀ ਸੁਣਾਈ। ਕਈ ਯੁੱਗ ਪਹਿਲਾਂ ਦੀ ਗੱਲ ਹੈ। ਇੱਕ ਵਾਰ ਵਿਸ਼ਨੂੰ ਮਹਾਰਾਜ ਸਵੈਤ ਦੀਪ ਵਿੱਚ ਤਪੱਸਿਆ ਕਰ ਰਹੇ ਸਨ। ਉਨੀ ਦਿਨੀ ਬ੍ਰਹਮਾ ਵੀ ਆਪਣੀ ਦੈਵੀ ਸ਼ਕਤੀ ਵਧਾਉਣ ਵਾਸਤੇ ਘੋਰ ਤਪਾਂ 'ਚ ਲੀਨ ਸੀ। ਦੋਵੇਂ ਦੇਵਤੇ ਆਪੋ ਆਪਣੀ ਥਾਂ ਤੋਂ ਉੱਠ ਕੇ ਇੱਧਰ ਉੱਧਰ ਘੁੰਮਣ ਲੱਗੇ। ਅਚਾਨਕ ਉਹ ਇੱਕ ਦੂਜੇ ਦੇ ਆਹਮਣੇ ਸਾਹਮਣੇ ਹੋ ਗਏ। ਦੋਵੇਂ ਹਉਮੈ 'ਚ ਆ ਕੇ ਆਪਣੇ ਆਪ ਨੂੰ ਵੱਡਾ ਤੇ ਦੂਜੇ ਨੂੰ ਤੁੱਛ ਦੱਸਣ ਲੱਗੇ। ਗੱਲ ਵਧਣ ਨਾਲ ਦੋਹਾਂ 'ਚ ਤੂੰ ਮੈਂ ਹੋ ਗਈ। ਅਚਾਨਕ ਉੱਥੇ ਇੱਕ ਲਿੰਗ ਪ੍ਰਗਟ ਹੋਇਆ। ਨਾਲ ਹੀ ਆਕਾਸ਼ਬਾਣੀ ਹੋਈ ਕਿ ਜਿਹੜਾ ਇਸ ਲਿੰਗ ਦੇ ਉੱਪਰਲੇ ਜਾਂ ਹੇਠਲੇ ਸਿਰੇ ਨੂੰ ਛੂਹ ਕੇ ਪਹਿਲਾਂ ਪਰਤ ਆਏਗਾ ਉਹ ਹੀ ਵੱਡਾ ਦੇਵਤਾ ਹੋਏਗਾ। ਇਹ ਗੱਲ ਸੁਣਦੇ ਸਾਰ ਵਿਸ਼ਨੂੰ ਲਿੰਗ ਦਾ ਹੇਠਲਾ ਸਿਰਾ ਛੋਹਣ ਲਈ ਪਤਾਲ ਲੋਕ ਵੱਲ ਚੱਲ ਪਏ ਤੇ ਬ੍ਰਹਮਾ ਲਿੰਗ ਦਾ ਸਿਖਰ ਛੋਹਣ ਲਈ ਆਕਾਸ਼ ਵੱਲ ਉੱਡਣ ਲੱਗੇ। ਦੋਵੇਂ ਪੈਂਡੇ ਮਾਰ ਕੇ ਹਫ ਗਏ ਪਰ ਦੋਹਾਂ ਨੂੰ ਅੰਤਲਾ ਸਿਰਾ ਨਾ ਲੱਭਿਆ। ਅਚਾਨਕ ਬ੍ਰਹਮਾ ਦੀ ਨਜ਼ਰ ਕੇਵੜੇ ਦੇ ਇੱਕ ਫੁੱਲ ਤੇ ਜਾ ਪਈ ਜੋ ਉੱਪਰੋਂ ਧਰਤੀ ਵੱਲ ਡਿੱਗਦਾ ਆ ਰਿਹਾ ਸੀ ਤੇ ਬ੍ਰਹਮਾ ਨੇ ਕੇਵੜੇ ਨੂੰ ਫੜ ਲਿਆ ਤੇ ਹੇਠਾਂ ਵਾਪਸ ਆ ਗਏ। ਉਦੋਂ ਤੱਕ ਵਿਸ਼ਨੂੰ ਵੀ ਪਰਤ ਆਏ। ਬ੍ਰਹਮਾ ਨੇ ਵਿਸ਼ਨੂੰ ਨੂੰ ਫੁੱਲ ਵਿਖਾ ਕੇ ਕਿਹਾ, ਮੈਂ ਲਿੰਗ ਦਾ ਸਿਖਰ ਛੋਹ ਲਿਆ, ਉੱਥੋਂ ਹੀ ਇਹ ਕੇਵੜੇ ਦਾ ਫੁੱਲ ਲਿਆਂਦਾ। ਵਿਸ਼ਨੂੰ ਨੇ ਕੇਵੜੇ ਤੋਂ ਪੁੱਛਿਆ ਤਾਂ ਫੁੱਲ ਨੇ ਬ੍ਰਹਮਾ ਦੀ ਸੁਰ ਮਿਲਾਉਂਦਿਆਂ ਕਿਹਾ, ਮਹਾਰਾਜ, ਬ੍ਰਹਮਾ ਨੇ ਮੈਨੂੰ ਲਿੰਗ ਦੀ ਸਿਖਰ ਤੋਂ ਹੀ ਚੁੱਕਿਆ, ਮੇਰਾ ਨਿਵਾਸ ਉੱਥੇ ਹੀ ਸੀ। ਕੇਵੜਾ ਝੂਠ ਬੋਲ ਰਿਹਾ। ਇਹ ਫੁੱਲ ਮੇਰੀ ਸੀਸ ਤੇ ਸਜਿਆ ਜ਼ਰੂਰ ਸੀ ਪਰ ਹਵਾ ਦੇ ਝੌਂਕੇ ਨਾਲ ਹੇਠਾਂ ਡਿੱਗ ਪਿਆ। ਬ੍ਰਹਮਾ ਨੂੰ ਆਕਾਸ਼ ਵਿੱਚੋਂ ਡਿੱਗਦਾ ਮਿਲਿਆ। ਸ਼ਿਵਲਿੰਗ 'ਚੋਂ ਆਵਾਜ਼ ਉੱਭਰੀ ਤੇ ਉਦੋਂ ਦੇਵਤੇ ਸ਼ਿਵਲਿੰਗ ਨੂੰ ਕੇਵੜੇ ਦਾ ਫੁੱਲ ਚੜਾਇਆ ਕਰਦੇ ਸਨ ਤੇ ਕੇਵੜਾ ਲਿੰਗ ਦੇ ਸੀਸ ਤੇ ਸੁਸ਼ੋਭਿਤ ਹੁੰਦਾ ਸੀ। ਸ਼ਿਵ ਜੀ ਦੀਆਂ ਕ੍ਰੋਧ ਨਾਲ ਅੱਖਾਂ ਭਖਣ ਲੱਗੀਆਂ। ਲਿੰਗ ਤਾਂ ਅਗੰਮ ਤੇ ਅਪਹੁੰਚ ਸੀ। ਕੇਵੜਾ ਝੂਠ ਬੋਲ ਕੇ ਲਿੰਗ ਦੀ ਮਿੱਟੀ ਪਲੀਤ ਕਰਨ ਲੱਗਾ ਸੀ। ਸ਼ਿਵ ਨੇ ਕੇਵੜੇ ਨੂੰ ਸਰਾਪ ਦਿੱਤਾ, ਤੂੰ ਮੇਰਾ ਮਾਣ ਮਰਤਬਾ ਘਟਾਉਣਾ ਚਾਹਿਆ, ਇਸ ਵਾਸਤੇ ਹੁਣ ਤੂੰ ਮੇਰੀ ਪੂਜਾ ਦੇ ਕਾਬਿਲ ਨਹੀਂ ਰਿਹਾ। ਅੱਜ ਤੋਂ ਤੇਰੀ ਮਹਿਕ ਫਿੱਕੀ ਪੈ ਜਾਏਗੀ। ਉਦੋਂ ਤੋਂ ਇਸ ਫੁੱਲ ਦੀ ਮਾਨਤਾ ਘਟ ਗਈ। ਲਿੰਗ ਦੇ ਸੀਸ ਉੱਤੇ ਸੁਸ਼ੋਭਿਤ ਹੋਣ ਕਰਕੇ ਕੇਵੜੇ 'ਚ ਮਹਿਕ ਬਹੁਤ ਜ਼ਿਆਦਾ ਆਉਂਦੀ ਸੀ ਪਰ ਝੂਠ ਬੋਲਣ ਕਰਕੇ 20 ਹਿੱਸੇ ਘਟ ਗਈ। ਪਰ ਕੇਵੜੇ ਨੂੰ ਝੂਠ ਬੋਲਣ ਦੀ ਕੀ ਲੋੜ ਸੀ? ਲਾਲਚ ਵਿੱਚ ਆ ਗਿਆ ਨਾਨਾ ਜੀ ਨੇ ਦੱਸਿਆ। ਕੇਵੜੇ ਨੇ ਸੋਚਿਆ ਕਿ ਸ਼ਿਵ ਦੇ ਭਗਤ ਅਸੀਂ ਮਹਿੰਗੀ ਪੂਜਾ ਅਰਚਾ ਵਾਸਤੇ ਵਰਤਨੇ ਹੀ ਨਾ, ਤੇ ਜੇ ਮੈਂ ਬ੍ਰਹਮਾ ਨਾਲ ਸੁਰ ਮਿਲਾਈ ਤੇ ਬ੍ਰਹਮਾ ਦੀ ਪੂਜਾ ਵੇਲੇ ਵੀ ਮਹਿੰਦੀ ਮਾਨਤਾ ਵੱਧ ਸੀ ਪਰ ਉਲਟਾ ਉਹ ਆਪਣੀ ਪਹਿਲੀ ਇੱਜ਼ਤ ਆਬਰੂ ਵੀ ਗਵਾ ਬੈਠਾ। ਭਾਵੇਂ ਸੱਚ ਬੋਲਣ ਦਾ ਉਪਦੇਸ਼ ਦੇਣ ਵਾਸਤੇ ਕਿਸੇ ਰਿਸ਼ੀ ਨੇ ਕਥਾ ਘੜ ਲਈ ਹੋਏਗੀ ਪਰ ਕੋਈ ਗੱਲ ਹੈ ਜ਼ਰੂਰ, ਕਿਉਂ ਜੋ ਕੇਵੜੇ ਦਾ ਫੁੱਲ ਸ਼ਿਵ ਦੀ ਪੂਜਾ ਅਰਚਾ ਵੇਲੇ ਹੁਣ ਨਹੀਂ ਵਰਤਿਆ ਜਾਂਦਾ। ਹੋ ਸਕਦਾ ਕੇਵੜਾ ਪਹਿਲਾਂ ਸ਼ਿਵ ਦੀ ਪੂਜਾ ਵੇਲੇ ਵਰਤਿਆ ਜਾਂਦਾ ਹੋਵੇ। ਮਨੁੱਖ ਨੇ ਆਪਣੀਆਂ ਕਈ ਸੋਚਾਂ ਤੇ ਭਾਵਨਾਵਾਂ ਫੁੱਲਾਂ ਨਾਲ ਜੋੜੀਆਂ ਹੋਈਆਂ। ਇਹ ਢਾਕਣਾ ਦਰਖਤ ਵੀ ਆਪਣੀ ਹਉਮੈ ਨਾ ਫਲ ਭੋਗਣਾ ਪਿਆ। ਨਾਨਾ ਜੀ ਨੇ ਗਲੀ ਵਿੱਚ ਉੱਗੇ ਢਾਕ ਪਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ, ਪਿੰਡ 'ਚ ਢਾਕ ਪਲਾਸ ਦੇ ਕਾਫੀ ਸਾਰੇ ਦਰਖਤ ਮਿਲਦੇ ਹਨ। ਫੱਗਣ ਦੇ ਮਹੀਨੇ ਢਾਕ ਨੂੰ ਲਾਲ ਸੂਹੇ ਫੁੱਲ ਇਉਂ ਲੱਗਦੇ ਆ ਜਿਵੇਂ ਕਿਸੇ ਮੁਟਿਆਰ ਨੇ ਸੂਹੇ ਫੁੱਲਾਂ ਦਾ ਭੋਛਣ ਉੱਪਰ ਕੀਤਾ ਹੋਵੇ ਜਾਂ ਸੈਂਕੜੇ ਲਾਲ ਸੂਰਜ ਉੱਗ ਪਏ ਹੋਣ। ਪਰ ਢਾਕ ਦੇ ਫੁੱਲਾਂ 'ਚ ਮਹਿਕ ਨਹੀਂ ਹੁੰਦੀ। ਉਸ ਮੁਟਿਆਰ ਵਾਂਗ ਨੇ ਜਿਸ ਕੋਲ ਰੂਪ ਤਾਂ ਰੱਜਵਾ ਹੋਵੇ ਪਰ ਪੱਲੇ ਗੁਣ ਕੋਈ ਨਾ ਹੋਵੇ। ਮਹਿਕ ਵੀ ਹੋਣੇ ਫੁੱਲ ਭਾਵੇਂ ਇੰਨੇ ਲੁਭਾਵਣੇ ਹੋਣ, ਆਤਮਾ ਨੂੰ ਟੁੰਬਦੇ ਨਹੀਂ। ਮੈਂ ਨਾਨਾ ਜੀ ਤੋਂ ਪੁੱਛਿਆ, ਇਹਦੇ ਫੁੱਲਾਂ 'ਚ ਮਹਿਕ ਕਿਉਂ ਨਹੀਂ? ਵੇਖ ਕੇ ਤਾਂ ਅੱਖਾਂ ਰੱਜਦੀਆਂ ਨੇ ਪਰ ਸੁੰਘ ਕੇ ਅਬੱਕ ਆਉਂਦਾ। ਨਾਨਾ ਜੀ ਜਿਵੇਂ ਪੁਰਾਣਾ ਹੰਢਿਆ ਵਰਤਿਆ ਬੋਹੜ ਸਨ ਜਿਸ ਦੀਆਂ ਜੜ੍ਹਾਂ ਆਦਿ
ਜੁਗਾਦ ਦੀਆਂ ਆਂਦਰਾਂ 'ਚ ਧਸੀਆਂ ਸਨ। ਉਹਨਾਂ ਨੂੰ ਹਰੇਕ ਚੀਜ਼ ਦੇ ਮੁੱਲ ਬਾਰੇ ਪੂਰਾ ਗਿਆਨ ਸੀ। ਪਰੰਪਰਾ ਜਿਵੇਂ ਉਹਨਾਂ ਦੇ ਲਹੂ ਮਾਸ 'ਚ ਰੁਚੀ ਹੋਵੇ। ਸੋ ਦੱਸਣ ਲੱਗੇ, ਕਿਸੇ ਜ਼ਮਾਨੇ 'ਚ ਢਾਕ ਦੇ ਫੁੱਲ ਸਭਨਾਂ ਫੁੱਲਾਂ ਤੋਂ ਜ਼ਿਆਦਾ ਖੂਬਸੂਰਤ ਤੇ ਮਹਿਕ ਵਾਲੇ ਸਨ। ਢਾਕ ਦੀਆਂ ਲਪਟਾਂ ਹਵਾ 'ਚ ਜਦੋਂ ਫੈਲਦੀਆਂ ਤਾਂ ਘੁੱਟ ਭਰਨ ਨੂੰ ਜੀ ਕਰਦਾ, ਤੇ ਜਦੋਂ ਫੁੱਲ ਲੱਗਦੇ ਤਾਂ ਇਉਂ ਜਾਪਦਾ ਜਿਵੇਂ ਸੈਂਕੜੇ ਸੂਹੇ ਬਿੰਬ ਸੂਰਜ ਦਰਖਤ ਉੱਤੇ ਉੱਗ ਪਏ ਹੋਣ। ਢਾਕ ਨੂੰ ਆਪਣੇ ਰੂਪ ਤੇ ਮਹਿਕ ਦਾ ਹੰਕਾਰ ਹੋ ਗਿਆ। ਇੱਕ ਵਾਰ ਦੁਰਵਾਸਾ ਰਿਸ਼ੀ ਜੰਗਲ 'ਚੋਂ ਦੀ ਲੰਘ ਰਹੇ ਸੀ ਤੇ ਉਹ ਜਿੱਧਰੋਂ ਵੀ ਲੰਘਦੇ ਫੁੱਲ ਬੂਟੇ ਪੈਰਾਂ 'ਚ ਵਿਛ ਕੇ ਪ੍ਰਣਾਮ ਕਰਦੇ ਤੇ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਫੁੱਲਾਂ ਪੱਤਿਆਂ ਦੀ ਵਰਖਾ ਕਰਦੇ। ਦੁਰਵਾਸਾ ਨੂੰ ਢਾਕ ਦਾ ਪੇੜ ਬੜਾ ਲੁਭਾਵਣਾ ਲੱਗਾ ਤੇ ਉਹ ਰੂਪ ਤੇ ਮਹਿਕ ਦੇ ਖਿੱਚੇ ਉਹਦੇ ਹੇਠਾਂ ਜਾ ਖੜੇ ਹੋਏ। ਢਾਕ ਅਭਿਮਾਨ 'ਚ ਆ ਗਿਆ। ਨਾ ਹੀ ਟਹਿਣੀਆਂ ਨੇ ਝੁੱਕ ਕੇ ਪ੍ਰਣਾਮ ਕੀਤਾ ਤੇ ਨਾ ਹੀ ਫੁੱਲਾਂ ਨੇ ਵਰਖਾ ਕੀਤੀ। ਦੁਰਵਾਸਾ ਰਿਸ਼ੀ ਕ੍ਰੋਧ 'ਚ ਆ ਗਏ। ਅੱਖਾਂ 'ਚੋਂ ਅੱਗ ਵਰਸਣ ਲੱਗੀ ਤੇ ਉਹਨਾਂ ਨੇ ਘੂਰਦੇ ਹੋਏ ਢਾਕ ਵੱਲ ਵੇਖਿਆ। ਫੁੱਲ ਨਜ਼ਰ ਦੀ ਸੇਕ ਦੀ ਤਾਬ ਨਾ ਲਿਆ ਸਕੇ ਤੇ ਝੁਲਸ ਕੇ ਇੱਕ ਇੱਕ ਕਰਕੇ ਜ਼ਿਮੀ ਤੇ ਡਿੱਗਣ ਲੱਗੇ। ਢਾਕ ਸਰਾਪਿਆ ਗਿਆ। ਵੇਖਦੇ ਟੁੰਡ ਮਰੁੰਡ ਹੋ ਗਿਆ ਤੇ ਆਪਣੀ ਪਛਾਣ ਗਵਾ ਬੈਠਾ। ਢਾਕ ਪਲਾਸ ਨੂੰ ਬੜਾ ਪਛਤਾਵਾ ਲੱਗਾ। ਉਹਦੀਆਂ ਟਹਿਣੀਆਂ ਨੇ ਝੁੱਕ ਕੇ ਦੁਰਵਾਸਾ ਦੇ ਪੈਰ ਫੜ ਲਏ ਤੇ ਸਰਾਪ ਵਾਪਸ ਲੈ ਲੈਣ ਵਾਸਤੇ ਹਾੜੇ ਕੱਢਣ ਲੱਗਾ। ਦੁਰਵਾਸਾ ਨੇ ਕੇਵਲ ਅੰਸ਼ ਮਾਤਰ ਸਰਾਪ ਵਾਪਸ ਲੈਂਦਿਆਂ ਕਿਹਾ ਕਿ ਫੁੱਲ ਤੈਨੂੰ ਜ਼ਰੂਰ ਪਿਆ ਕਰਨਗੇ, ਪਰ ਉਹਨਾਂ 'ਚ ਸੁਗੰਧੀ ਨਹੀਂ ਹੋਇਆ ਕਰੇਗੀ। ਸਰਾਪੇ ਹੋਏ ਹੋਣ ਕਰਕੇ ਢਾਕ ਦੇ ਫੁੱਲ ਦੇਵੀ ਦੇਵਤਿਆਂ ਨੂੰ ਵੀ ਨਹੀਂ ਚੜਾਏ ਜਾਂਦੇ। ਝਟਕੂ ਰੁਕ ਕੇ ਨਾਨਾ ਜੀ ਕਹਿਣ ਲੱਗੇ, ਅੱਕ ਵੀ ਸਰਾਪਿਆ ਹੋਇਆ ਪੌਦਾ ਹੈ, ਪਰ ਉਹਦੇ ਫੁੱਲ ਗਣੇਸ਼ ਨਹੀਂ ਭੇਟ ਕੀਤੇ ਜਾਣੇ ਨਾ, ਤੇ ਉਹਨੂੰ ਕਿਵੇਂ ਸਰਾਪ ਮਿਲਿਆ? ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਰਿਸ਼ੀ ਘੋਰ ਤਪੱਸਿਆ ਕਰ ਰਿਹਾ ਸੀ। ਫਲ ਸਰੂਪ ਇੰਦਰ ਦਾ ਤਖਤ ਡੋਲਣ ਲੱਗਾ। ਇੰਦਰ ਨੇ ਉਹਦੀ ਤਪੱਸਿਆ ਭੰਗ ਕਰਨ ਵਾਸਤੇ ਅਰਕ ਨਾਂ ਦੀ ਅਪਸਰਾ ਨੂੰ ਸੱਦਿਆ, ਜਿਹਦੇ ਬਦਨ 'ਚੋਂ ਚੰਦਨ ਦੀ ਮਹਿਕ ਆਉਂਦੀ ਸੀ, ਤੇ ਕਿਹਾ, ਤੂੰ ਮਾਤ ਲੋਕ ਵਿੱਚ ਜਾ ਕੇ ਕਿਸੇ ਤਰ੍ਹਾਂ ਰਿਸ਼ੀ ਦਾ ਤਪ ਖੰਡਨ ਕਰ ਦੇ। ਇੰਦਰ ਨੇ ਅਰਕ ਨੂੰ ਸਮਝਾਇਆ, ਜਿਵੇਂ ਜਿਵੇਂ ਨੱਚਦਿਆਂ ਤੇਰੇ ਜਿਸਮ 'ਚੋਂ ਮਹਿਕ ਨਿਕਲ ਕੇ ਰਿਸ਼ੀ ਦੀਆਂ ਨਾਸਾਂ 'ਚ ਪਹੁੰਚੇਗੀ, ਤਿਉਂ ਤੇਰੇ ਵੱਲ ਖਿੱਚਿਆ ਆਏਗਾ। ਤੂੰ ਆਪਣੀਆਂ ਅਦਾਵਾਂ ਨਾਲ ਉਹਨੂੰ ਮੋਹ ਲਵੀਂ। ਪਰ ਅਰਕ ਦਾ ਮਨ ਨਾ ਮੰਨਿਆ। ਉਹ ਮਾਤ ਲੋਕ ਨੂੰ ਚਲੀ ਤਾਂ ਗਈ, ਰਿਸ਼ੀ ਦੇ ਸਾਹਮਣੇ ਨੱਚੀ ਵੀ, ਪਰ ਉਹਨੇ ਉਹ ਵਿਸ਼ੇਸ਼ ਨਾਚ ਨਾ ਨੱਚਿਆ ਜਿਸ ਦੇ ਨੱਚਣ ਨਾਲ ਉਹਦੇ ਸਰੀਰ 'ਚੋਂ ਚੰਦਨ ਦੀ ਮਹਿਕ ਉੱਠਦੀ ਸੀ। ਨਿਰਮਹਿਕ ਹੋਣ ਕਰਕੇ ਉਹ ਰਿਸ਼ੀ ਅੰਦਰ ਵਾਸ਼ਨਾ ਦੀ ਅੱਗ ਨਾ ਪਖਾ ਸਕੀ ਤੇ ਇੰਦਰ ਨੇ ਕ੍ਰੋਧ 'ਚ ਆ ਕੇ ਅਰਕ ਨੂੰ ਸਰਾਪ ਦੇ ਦਿੱਤਾ, ਤੂੰ ਅੱਕ ਬਣ ਜਾਏ ਤੇ ਤੇਰੀਆਂ ਕਲੀਆਂ 'ਚ ਮਹਿਕ ਨਾ ਰਹੇ। ਉਸੇ ਵੇਲੇ ਅਰਕ ਅਪਸਰਾ ਅੱਕ ਦਾ ਪੌਦਾ ਬਣ ਕੇ ਉੱਗ ਪਈ, ਤੇ ਜਦੋਂ ਰਿਸ਼ੀ ਤਪ ਕਰਕੇ ਹਟਿਆ ਤਾਂ ਅੱਕ ਦੇ ਪੌਦੇ ਨੂੰ ਵੇਖ ਕੇ ਸਾਰੀ ਗੱਲ ਦਿਵ ਦ੍ਰਿਸ਼ਟੀ ਨਾਲ ਜਾਣ ਗਿਆ। ਸੋ ਉਹਨੇ ਅੱਕ ਦੇ ਪੌਦੇ ਨੂੰ ਵਾਰ ਦਿੱਤਾ, ਮੈਂ ਗਣੇਸ਼ ਦੀ ਪੂਜਾ ਕਰਦਾ, ਤੇਰੇ ਫੁੱਲ ਗਣੇਸ਼ ਦੀ ਪੂਜਾ ਅਰਚਾ ਵਿੱਚ ਵਰਤੇ ਜਾਣਗੇ। ਉਦੋਂ ਤੋਂ ਗਣੇਸ਼ ਨੂੰ ਅੱਕ ਦੇ ਫੁੱਲ ਭੇਂਟ ਕੀਤੇ ਜਾਂਦੇ ਨੇ। ਹਨੂਮਾਨ ਦੀ ਪੂਜਾ ਵੀ ਅੱਕ ਦੇ ਫੁੱਲਾਂ ਨਾਲ ਹੀ ਕੀਤੀ ਜਾਂਦੀ ਹੈ। ਪਿੰਡ 'ਚ ਫੁੱਲਾਂ ਦੇ ਬੂਟੇ ਤਾਂ ਹੋਰ ਵੀ ਕਈ ਮਿਲਦੇ ਸੀ, ਪਰ ਮੈਨੂੰ ਸੂਰਜਮੁਖੀ ਦੇ ਫੁੱਲਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹਦੇ ਫੁੱਲਾਂ ਵਿੱਚੋਂ ਮੈਨੂੰ ਸੂਰਜ ਦਾ ਭੁਲੇਖਾ ਪੈਂਦਾ। ਦੁਆਲੇ ਬਸੰਤੀ ਝਾਲਰ ਕਿਰਨਾਂ ਦੇ ਹਾਲੇ ਵਾਂਗ ਫੈਲੀ ਹੁੰਦੀ ਏ। ਉਸ ਫੁੱਲ ਵਿੱਚ ਸੂਰਜ ਵਾਸਤੇ ਇੰਨਾ ਮੋਹ ਹੁੰਦਾ ਕਿ ਹਮੇਸ਼ਾ ਸੂਰਜ ਵੱਲ ਹੀ ਨਿਹਾਰਦਾ ਰਹਿੰਦਾ ਹੈ। ਜਿੱਧਰ ਸੂਰਜ ਘੁੰਮਦਾ ਉੱਧਰ ਹੀ ਉਹਦਾ ਮੂੰਹ ਫਿਰਦਾ ਹੈ। ਸ਼ਾਇਦ ਇਹ ਫੁੱਲ ਪਿਛਲੇ ਜਨਮ 'ਚ ਕੋਈ ਸੂਰਜ ਭਗਤ ਹੋਵੇ। ਨਹੀਂ, ਸੂਰਜਮੁਖੀ ਤਾਂ ਇੱਕ ਅਪਸਰਾ ਹੀ। ਨਾਨਾ ਜੀ ਨੇ ਮੈਨੂੰ ਉਹਦੀ ਮੁੱਢੀ ਇਉਂ ਸੁਣਾਈ। ਪਹਿਲੇ ਸਮਿਆਂ 'ਚ ਅਪਸਰਾ ਕਦੇ-ਕਦੇ ਸੈਰ ਸਪਾਟੇ ਕਰਦੀਆਂ ਇੰਦਰ ਲੋਕ ਤੋਂ ਧਰਤੀ ਉੱਤੇ ਆ ਜਾਂਦੀਆਂ ਸੀ। ਨਦੀ ਨਾਲਿਆਂ ਦੇ ਕੰਢੇ ਮੌਜ ਮੇਲੇ ਮਨਾ ਕੇ ਵਾਪਸ ਚਲੀਆਂ ਜਾਂਦੀਆਂ। ਇੱਕ ਵਾਰ ਕੁਝ ਅਪਸਰਾ ਨਦੀ ਦੇ ਕੰਢੇ ਉਤਰੀਆਂ ਤੇ ਸਾਰੀ ਰਾਤ ਗਿੱਧੇ ਪਾਉਂਦੀਆਂ ਰਹੀਆਂ, ਤੇ ਜਦੋਂ ਸਵੇਰ ਹੋਣ ਲੱਗੀ ਤੇ ਪੂਰਬ ਦੀ ਲਾਲੀ ਨੇ ਆਕਾਸ਼ ਨੂੰ ਰੱਤਾ ਕਰ ਦਿੱਤਾ ਤਾਂ ਅਪਸਰਾ ਪਾਣੀ ਵਿੱਚ ਜਾ ਛੁਪੇ। ਪਰ ਇੱਕ ਅਪਸਰਾ ਜੋ ਪਹਿਲੀ ਵਾਰ ਧਰਤੀ ਤੇ ਉਤਰੀ ਸੀ ਤੇ ਜਿਹਨੂੰ ਇਹ ਨਜ਼ਾਰਾ ਬੜਾ ਅਲੌਕਿਕ ਲੱਗਾ, ਉੱਥੇ ਹੀ ਖੜੀ ਹੋ ਕੇ ਸੂਰਜ ਵੱਲ ਵੇਖਦੀ ਰਹੀ। ਹੌਲੀ-ਹੌਲੀ ਸੂਰਜ ਦਿਉਤਾ ਉੱਭਰਨ ਲੱਗਾ ਤੇ ਫਿਰ ਪੂਰੇ ਜਲੌ 'ਚ ਪ੍ਰਕਾਸ਼ਮਾਨ ਹੋ ਗਿਆ। ਅਜਿਹਾ ਗੌਰਵ ਭਰਿਆ ਨਜ਼ਾਰਾ ਉਸ ਅਪਸਰਾ ਨੇ ਪਹਿਲੀ ਵਾਰ ਵੇਖਿਆ ਸੀ। ਸੋ ਬਿਨਾਂ ਪਲਕ ਝਪਕਾਏ ਸੂਰਜ ਵੱਲ ਵੇਖਦੀ ਰਹੀ। ਸੂਰਜ ਨਾਲ ਉਹਨੂੰ ਮੋਹ ਜਿਹਾ ਹੋ ਗਿਆ। ਇਸ ਵਾਸਤੇ ਅਪਸਰਾ ਬੁੱਤ ਬਣੀ ਉੱਥੇ ਹੀ ਖੜੀ ਰਹੀ। ਜਿੱਧਰ ਸੂਰਜ ਘੁੰਮਦਾ ਉੱਧਰ ਉਹ ਵੀ ਮੂੰਹ ਫੇਰ ਲੈਂਦੀ। ਇਹ ਸਿਲਸਿਲਾ ਕਈ ਦਿਨ ਜਾਰੀ ਰਿਹਾ ਤੇ ਅਖੀਰ ਅਪਸਰਾ ਥੱਕ ਕੇ ਨਿਰੀ ਜੜ ਜਿਹੀ ਬਣ ਕੇ ਜ਼ਿਮੀ 'ਚ ਗੱਡੀ ਗਈ। ਸੂਰਜ ਦੇਵਤੇ ਨੇ ਉਹਦੀ ਸਾਧਨਾ ਤੇ ਪ੍ਰਸੰਨ ਹੋ ਕੇ ਉਹਨੂੰ ਕੋਈ ਵਰ ਮੰਗਣ ਲਈ ਕਿਹਾ ਤਾਂ ਜੜ ਹੋਈ ਅਪਸਰਾ ਨੇ ਸੂਰਜ ਨੂੰ ਹੀ ਮੰਗ ਲਿਆ, ਤੂੰ ਮੇਰੇ ਅੰਗ ਸੰਗ ਹੋ ਕੇ ਸ਼ੋਭਾ ਦੇਵੇਂ। ਸੂਰਜ ਦੇਵਤੇ ਦੀ ਬਖਸ਼ਿਸ਼ ਨਾਲ ਉਹਨੂੰ ਉਸੇ ਵੇਲੇ ਫੁੱਲ ਪੈ ਗਏ ਤੇ ਸੂਰਜ ਦੇ ਮੁਖੜੇ ਵਰਗੇ ਸਨ। ਇਸ ਤਰ੍ਹਾਂ ਹਰ ਫੁੱਲ ਨਾਲ ਕੋਈ ਨਾ ਕੋਈ ਮੁੱਢੀ ਜੁੜੀ ਹੋਈ। ਕਿੰਨੇ ਅਦਭੁਤ ਨੇ ਫੁੱਲ ਤੇ ਕਿੰਨੀਆਂ ਰੌਚਕ ਨੇ ਇਹਨਾਂ ਨਾਲ ਸੰਬੰਧਿਤ ਕਥਾਵਾਂ।
ਅਗਲਾ ਲੇਖ ਹੈ ਜਦੋਂ ਕੁੱਤਾ ਹਵਾਂਕਿਆ। ਇੱਕ ਵਾਰ ਮੈਂ ਨਾਨਕੇ ਪਿੰਡ ਕੋਠੇ ਤੇ ਸੁੱਤਾ ਪਿਆ ਸੀ। ਦਿਨ ਗਰਮੀਆਂ ਦੇ ਸੀ। ਅਚਾਨਕ ਸੁਨਿਆਰਿਆਂ ਦੀ ਹਵੇਲੀ ਵੱਲੋਂ ਕੁੱਤੇ ਦੇ ਰੋਣ ਤੇ ਹਵਾਂਕਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਵਿੱਚ ਦਰਦ ਵੀ ਸੀ ਤੇ ਦੁਹਾਈ ਵੀ। ਮੇਰੀ ਅੱਖ ਖੁੱਲ ਗਈ। ਅਜੇ ਰਾਤ ਭਿੱਜੀ ਨਹੀਂ ਸੀ। ਮੇਰੇ ਨਾਨੀ ਜੀ ਜਾਗਦੇ ਸਨ ਤੇ ਭਾਬੀ ਜੀ ਨੂੰ ਕਹਿ ਰਹੇ ਸਨ, ਅੱਜ ਫੇਰ ਕਿਸੇ ਦੀ ਸ਼ਾਮਤ ਆਈ ਗਈ। ਅਖੇ ਟਿੱਲੇ ਨਾ ਗਰਜਿਆ ਤਾਂ ਕੁੱਤੇ ਨਾ ਹਵਾਂਕਿਆ, ਕਿੱਥੇ ਬਿਰਥਾ ਨਹੀਂ ਜਾਣਾ। ਕੁਝ ਦਿਨ ਪਹਿਲਾਂ ਵੀ ਇਹੋ ਕੁੱਤਾ ਪਿਛਲੀ ਗਲੀ 'ਚ ਇਸੇ ਤਰ੍ਹਾਂ ਹਵਾਂਕਿਆ ਸੀ ਤੇ ਅਗਲੇ ਦਿਨ ਤਰਕਾਲਾਂ ਵੇਲੇ ਤੱਕ ਤਾਈ ਬੁੱਧਾਂ ਚੱਲ ਵਸੀ ਸੀ ਤੇ ਚੰਗੀ ਭਲੀ ਸੁੱਤੀ ਸੀ ਵਿਚਾਰੀ। ਸਰਗੀ ਵੇਲੇ ਸੂਲ ਉੱਠਿਆ ਤੇ ਕਹਿਣ ਲੱਗੀ, ਸ਼ਾਇਦ ਰਾਤੀ ਕੁੱਤਾ ਮਹਿੰਡੇ ਆਸਤੇ ਹੀ ਰੋਣਾ ਹੀ ਆ। ਤੇ ਪਹਿਲਾਂ ਤਾਂ ਉਸੇ ਗੱਲ ਮਸ਼ਕਰੀ ਨਾਲ ਆਖੀ, ਪਰ ਮਗਰੋਂ ਜਦੋਂ ਦਰਦ ਮੱਠਾ ਨਾ ਹੋਇਆ ਤਾਂ ਘਬਰਾ ਗਈ। ਕਦੇ ਕਾੜੇ ਪੀਵੇ, ਕਦੇ ਪਿਪਲਾ ਮੂਲ, ਕਦੇ ਸੌਂਫਾਂ ਦਾ ਅਰਕ, ਵਿੱਚੋਂ ਤੱਤਾ ਵਿੱਚੇ ਠੰਡਾ। ਤਰਕਾਲਾਂ ਵੇਲੇ ਉਹਨੂੰ ਇੱਕ ਤਰੇਲੀ ਠੰਡੀ ਆਈ ਤੇ ਉਹ ਘੇਰਨੀ ਜੀ ਖਾ ਕੇ ਅਜਿਹੀ ਡਿੱਗੀ ਕਿ ਮੁੜ ਉਹਨੇ ਸਿਰ ਨਾ ਚੁੱਕਿਆ। ਤੇ ਅੱਜ ਸੁਨਿਆਰਿਆਂ ਦੀ ਹਾਤੇ ਵੱਲੋਂ ਕੁੱਤਾ ਫੇਰ ਬੋਲ ਰਿਹਾ ਸੀ। ਉਸੇ ਹਾਤੇ 'ਚ ਇੱਕ ਬੁੱਢਾ ਰਾਮ ਰੱਖਾ ਕੱਲ ਦਾ ਬਿਮਾਰ ਪਿਆ ਸੀ ਤੇ ਨਾਲ ਦੇ ਕੋਠਿਆਂ ਤੇ ਵੀ ਗੱਲਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਰਾਮ ਰੱਖੇ ਸ਼ੋਧੇ ਨਹੀਂ ਸ਼ਾਮਤ ਆਈ, ਸਮਝੋ ਕੱਲ ਨਾ ਦਿਹਾੜਾ ਨਹੀਂ ਕੱਢਣਾ। ਕੁੱਤਾ ਉਧਰ ਹੀ ਮੂੰਹ ਕਰੀ ਕੇ ਰੋਇਆ, ਪਰ ਉਹ ਐਡਾ ਬਿਮਾਰ ਤਾਂ ਨਹੀਂ। ਕਿਸੇ ਹੋਰ ਦੀ ਆਵਾਜ਼ ਉੱਭਰੀ, ਪਰ ਇਸ ਕੁੱਤੇ ਨਾ ਰੁੰਨਾ ਕਦੇ ਬਿਰਥਾ ਨਹੀਂ ਬੰਨਾ। ਬੇਜੀ ਨੇ ਉਦਾਸ ਜਿਹੇ ਹੋ ਕੇ ਕਿਹਾ, ਤੇ ਕੱਲ ਦੁਪਹਿਰੀ ਇਹੋ ਕੁੱਤਾ ਸਾਡੀ ਹਵੇਲੀ ਅੱਗੇ ਵੀ ਰੋਇਆ ਆ, ਪਰ ਕੁਝ ਨਹੀਂ ਹੋਇਆ ਆ। ਮੈਂ ਜਾਗਦਾ ਸਾਂ ਤੇ ਸਭ ਦੀਆਂ ਗੱਲਾਂ ਸੁਣ ਕੇ ਵਿੱਚੋਂ ਬੋਲ ਪਿਆ, ਚੁੱਪ, ਇਹੋ ਨਹੀਂ ਕਹੀਦਾ। ਸੱਤਾਂ ਤੇ 20 ਖੈਰੀ। ਬੇਜੀ ਨੇ ਮੈਨੂੰ ਤਾੜਿਆ। ਲੋਕ ਕਹਿੰਦੇ ਨੇ ਕਿ ਕੁੱਤੇ ਨੂੰ ਜਮਦੂਤ ਵਿਖਾਈ ਦੇ ਜਾਂਦੇ ਨੇ, ਤੇ ਜਦੋਂ ਕੁੱਤਾ ਜਮਦੂਤਾਂ ਨੂੰ ਇੱਧਰ ਉੱਧਰ ਭਟਕਦੇ ਵੇਖਦਾ ਤੇ ਤਾੜ ਜਾਂਦਾ ਹੈ ਕਿ ਉਹ ਕਿਸੇ ਸ਼ਖਸ ਦੇ ਪ੍ਰਾਣ ਲੈਣ ਵਾਸਤੇ ਆਏ ਨੇ, ਤੇ ਮਨੁੱਖ ਨਾਲ ਕੁੱਤੇ ਦਾ ਮੁੱਢੋਂ ਹੀ ਪਿਆਰ ਹੈ, ਇਸ ਵਾਸਤੇ ਉਹ ਰੋਣ ਲੱਗਦਾ ਹੈ। ਤੇ ਜੇ ਕੁੱਤਾ ਲੱਤਾਂ ਉੱਚੀਆਂ ਕਰਕੇ ਪਿੱਠ ਦੇ ਭਾਰ ਲੇਟਿਆ ਹੋਵੇ ਤੇ ਸਮਝੋ ਸਾਰੇ ਪਿੰਡ ਉੱਤੇ ਕੋਈ ਆਫਤ ਆਉਣ ਵਾਲੀ ਹੈ। ਤੇ ਕੁੱਤੇ ਨਾਲ ਜਮ ਦਾ ਸੰਬੰਧ ਸਾਡੇ ਕੁਝ ਕੁ ਆਦਮ ਵਿਸ਼ਵਾਸਾਂ ਵਿੱਚੋਂ ਉੱਭਰਿਆ। ਇਸ ਗੱਲ ਦੇ ਪ੍ਰਮਾਣ ਹੜੱਪਾ ਦੇ ਖੰਡਰਾਂ ਦੀ ਖੁਦਾਈ ਵਿੱਚੋਂ ਪ੍ਰਾਪਤ ਹੋਈਆਂ ਠੀਕਰ ਮੋਹਰਾਂ ਤੋਂ ਮਿਲਦੇ ਨੇ। ਕੁਝ ਮੋਹਰਾਂ ਤੇ ਜਮਦੂਤ ਦੀ ਸ਼ਕਲ ਦਾ ਇੱਕ ਅਜੀਬ ਜਿਹਾ ਪ੍ਰਾਣੀ ਖੜਾ ਹੈ, ਪਰ ਜਿੱਥੇ ਵੀ ਜਈ ਝਾਕੀਏ ਉੱਥੇ ਨੇੜੇ ਤੇੜੇ ਕੁੱਤਾ ਜ਼ਰੂਰ ਹੈ। ਇਹ ਤੋਂ ਜਾਪਦਾ ਹੈ ਕਿ ਹੜੱਪਾ ਯੁੱਗ ਤੋਂ ਹੀ ਕੁੱਤਾ ਮੌਤ ਨਾਲ ਜੁੜਿਆ ਹੋਇਆ ਹੈ। ਪੌਰਾਣਿਕ ਕਥਾਵਾਂ ਅਨੁਸਾਰ ਜਮ ਦੀ ਨਗਰੀ ਦੀ ਰੱਖਿਆ ਇੱਕ ਕੁੱਤੀ ਕਰਦੀ ਹੈ, ਜਿਸ ਦੀ ਕੁੱਖੋਂ ਅੱਗੋਂ 2 ਹੋਰ ਕੁੱਤਿਆਂ ਨੇ ਜਨਮ ਲਿਆ। ਇਹ ਦੋਵੇਂ ਕੁੱਤੇ ਜਮ ਦੀ ਨਗਰੀ ਦੇ ਮਾਰਗ ਉੱਤੇ ਘੁੰਮਦੇ ਰਹਿੰਦੇ ਨੇ ਤੇ ਸ਼ਾਇਦ ਇਸੇ ਵਿਚਾਰ ਤੋਂ ਕੁੱਤਿਆਂ ਦਾ ਮੌਤ ਨਾਲ ਸੰਬੰਧ ਜੁੜ ਗਿਆ ਹੋਵੇ। ਕੁੱਤੇ ਦਾ ਸੰਬੰਧ ਕਾਮ ਵਾਸ਼ਨਾ ਨਾਲ ਵੀ ਜੋੜਿਆ ਜਾਂਦਾ ਹੈ। ਪਿੰਡ ਦੀ ਧਰਮਸ਼ਾਲ ਦੇ ਭਾਈ ਨੇ ਇੱਕ ਵਾਰੀ ਕਥਾ ਕਰਦਿਆਂ ਦੱਸਿਆ ਸੀ ਕਿ ਕਾਮਦੇਵ ਦੀ ਰਾਲ ਧਰਤੀ ਉੱਤੇ ਡਿੱਗੀ ਤਾਂ ਉਸ ਵਿੱਚੋਂ ਕੁੱਤੇ ਨੇ ਜਨਮ ਲਿਆ। ਆਖਦੇ ਨੇ ਕਾਮੀ ਪੁਰਸ਼ ਮਰਨ ਮਗਰੋਂ ਕੁੱਤੇ ਦੀ ਜੂਨੀ ਪੈਂਦੇ ਨੇ। ਪਿੰਡ ਵਿੱਚ ਇੱਕ ਬੁੱਢਾ ਠੇਰਾ ਤਾਇਆ ਜੱਸਾ ਰਹਿੰਦਾ ਸੀ, ਜਿਹੜਾ ਸਾਰੀ ਉਮਰ ਫੌਜ 'ਚ ਰਿਹਾ। ਪਹਿਲੀ ਵੱਡੀ ਲੜਾਈ 'ਚ ਉਹ ਬਹੁਤੀ ਦੁਨੀਆ ਘੁੰਮ ਫਿਰ ਆਇਆ ਸੀ। ਵੇਖਣ 'ਚ ਉਹ ਬੜਾ ਸੋਹਣਾ ਸੁਨੱਖਾ ਸੀ, ਖਜੂਰ ਵਾਂਗ ਉੱਚਾ ਲੰਮਾ, ਚਿਹਰਾ ਚਿੱਟਾ ਨਛੋ ਪਰ ਗੁਲਾਬ ਦੇ ਵਾਂਗ ਸੂਹਾ ਤੇ ਖਿੜਿਆ ਹੋਇਆ। ਹਮੇਸ਼ਾ ਹਸੂ ਕਰਦਾ ਰਹਿੰਦਾ। ਅੱਖਾਂ 'ਚੋਂ ਹਮੇਸ਼ਾ ਮੋਟੀ ਧਾਰ ਵਾਲਾ ਸੁਰਮਾ ਸਜਾਈ ਰੱਖਦਾ, ਜਿਸ ਨਾਲ ਉਹਦਾ ਚਿਹਰਾ ਹੋਰ ਖੂਬਸੂਰਤ ਨਿਕਲ ਆਉਂਦਾ। ਦਾੜੀ ਉਹ ਫੌਜੀਆਂ ਵਾਂਗ ਹੀ ਪੁੱਠੀ ਬੰਨ੍ਹਦਾ ਤੇ ਜਦੋਂ ਪਿੰਡ ਵੜਦਾ ਇਉਂ ਲੱਗਦਾ ਜਿਵੇਂ ਕਿਸੇ ਰਿਆਸਤ ਦਾ ਰਾਜਾ ਆ ਗਿਆ ਹੋਵੇ। ਤੇ ਉਹਨੇ ਪਿੰਡ ਦੀ ਕੋਈ ਸੁਨੱਖੀ ਕਮੀ ਕਮੀਣ ਨਹੀਂ ਸੀ ਛੱਡੀ। ਬੁੱਢੇ ਬਾਰੇ ਵੀ ਉਹਦਾ ਠਰਕ ਨਹੀਂ ਸੀ ਗਿਆ। ਜਿੱਥੇ ਕਿਧਰੇ ਤੀਵੀਆਂ ਦਾ ਲਾਂਘਾ ਹੁੰਦਾ ਉੱਥੇ ਖੜਾ ਹੋ ਕੇ ਊਠ ਵਾਂਗ ਮੂਤਰਨ ਲੱਗਦਾ। ਤੇ ਜੇ ਕੋਈ ਟੋਕੇ ਤਾਇਆ ਕੁਝ ਤਾਂ ਸ਼ਰਮ ਕਰ, ਆਪਣੀ ਉਮਰ ਦਾ ਲਿਹਾਜ਼ ਰੱਖ, ਤਾਂ ਕਹਿੰਦਾ ਮੈਨੂੰ ਤਾਂ ਹੁਣ ਦਿਸਦਾ ਨਹੀਂ, ਸਤਰਿਆ ਬਤਰਿਆ ਗਿਆ ਵਾਂ। ਤੇ ਫਿਰ ਜਦੋਂ ਮੋਇਆ ਤੀਵੀਆਂ ਕਹਿਣ ਉਹ ਕੁੱਤੇ ਦੀ ਜੂਨੀ ਪਏਗਾ। ਸਾਲ ਮਸਾਂ ਗੁਜ਼ਰਿਆ ਤਾਂ ਇੱਕ ਲਵੰਡਰ ਕੁੱਤਾ ਪਤਾ ਨਹੀਂ ਕਿੱਥੋਂ ਆ ਗਿਆ, ਗਲੀਆਂ 'ਚ ਘੁੰਮਣ ਲੱਗਾ। ਲੋਕੀ ਆਖਦੇ ਤਾਇਆ ਜੱਸਾ ਹੀ ਕੁੱਤੇ ਦੀ ਜੂਨ 'ਚ ਪਈ ਕੇ ਮੁੜ ਇਸੇ ਪਿੰਡ 'ਚ ਆਈ ਗਿਆ। ਸਾਰੀ ਦਿਹਾੜੀ ਕੁੱਤੀਆਂ ਪਿੱਛੇ ਲੂੜਦਾ ਫਿਰਦਾ ਹੈ। ਇਸ ਤਰ੍ਹਾਂ ਦਾ ਕੋਈ ਨਾ ਕੋਈ ਵਿਚਾਰ ਹਰ ਪਸ਼ੂ ਪੰਛੀ ਨਾਲ ਜੁੜਿਆ ਹੋਇਆ ਹੈ। ਇਹਨਾਂ ਵਿਚਾਰਾਂ ਦੇ ਪ੍ਰਚਲਿਤ ਹੋਣ ਦਾ ਇੱਕ ਵੱਡਾ ਕਾਰਨ ਸਾਡਾ ਆਵਾਗੌਣ 'ਚ ਵਿਸ਼ਵਾਸ ਹੈ। ਆਵਾਗੌਣ 'ਚ ਆਸਥਾ ਰੱਖਣ ਵਾਲੀ ਜਾਤੀ ਨੂੰ ਪਸ਼ੂਆਂ ਪੰਛੀਆਂ ਵਿੱਚ ਕਿਸੇ ਮਨੁੱਖੀ ਕਾਇਆ ਦੇ ਹੀ ਨੈਣ ਨਕਸ਼ ਉੱਭਰਦੇ ਤੇ ਧੁੰਦਲੀ ਜਿਹੀ ਪਛਾਣ ਬਣਦੇ ਪ੍ਰਤੀਤ ਹੁੰਦੇ ਨੇ। ਅਜਿਹੀ ਜਾਤੀ ਵਾਸਤੇ ਹਰ ਪਸ਼ੂ ਪੰਛੀ ਮਨੁੱਖ ਦੀ ਕਿਸੇ ਪ੍ਰਵਿਰਤੀ ਜਾਂ ਵਰਤਾਰੇ ਦਾ ਹੀ ਸਮੂਰਤ ਰੂਪ ਹੁੰਦਾ ਹੈ। ਆਖਰ ਮਨੁੱਖ ਆਪਣੇ ਕਰਮਾਂ ਦਾ ਫਲ ਪ੍ਰਾਪਤ ਕਰਨ ਲਈ 84 ਲੱਖ ਜੂਨੀਆਂ ਨੂੰ ਹੀ ਤਾਂ ਭੋਗਦਾ। ਇਸ ਵਾਸਤੇ ਜੂਨ ਨਾਲ
ਮਨੁੱਖ ਦੀ ਕੋਈ ਭਾਵਨਾ, ਬਿਰਤੀ ਜਾਂ ਸੋਚ ਜੁੜ ਜਾਣੀ ਸਹਿਜ ਹੈ। ਕਹਿੰਦੇ ਨੇ ਮਾਇਆਧਾਰੀ ਸੱਪ ਦੀ ਜੂਨੇ ਪੈਂਦਾ ਹੈ। ਅੰਤ ਵੇਲੇ ਜੋ ਪ੍ਰਾਣੀ ਲੱਛਮੀ ਦਾ ਸਿਮਰਨ ਕਰੇ ਉਹ ਮਰਨ ਮਗਰੋਂ ਸੱਪ ਬਣ ਕੇ ਆਪਣੀ ਧਨ ਦੌਲਤ ਦੁਆਲੇ ਭਟਕਦਾ ਫਿਰਦਾ ਹੈ। ਸਾਡੀ ਅਧਿਆਤਮਕ ਸੰਸਕ੍ਰਿਤੀ ਵਿੱਚ ਪਦਾਰਥਾਂ ਦੇ ਮੋਹ ਵਾਸਤੇ ਕੋਈ ਥਾਂ ਨਹੀਂ। ਪਦਾਰਥਾਂ ਅਥਵਾ ਧਨ ਦੌਲਤ ਦੇ ਅੰਬਾਰ ਖੜੇ ਕਰਨ ਵਿਰੁੱਧ ਮਾਨਸਿਕ ਪ੍ਰਤੀਕਰਮ ਪੈਦਾ ਕਰਨ ਲਈ ਇਹ ਸੰਕਲਪ ਉਭਰਿਆ। ਸੱਪ ਤੋਂ ਮਨੁੱਖ ਹਮੇਸ਼ਾ ਭੈ ਖਾਂਦਾ ਰਿਹਾ। ਜਿੱਥੇ ਵੀ ਉਹ ਸੱਪ ਨੂੰ ਵੇਖਦਾ ਹੈ ਫੌਰਨ ਮਾਰ ਸੁੱਟਦਾ ਹੈ ਤੇ ਅਜਿਹੀ ਜੂਨ 'ਚ ਕੋਈ ਵੀ ਮਨੁੱਖ ਪੈਣ ਦੀ ਚੇਸ਼ਟਾ ਨਹੀਂ ਕਰ ਸਕਦਾ। ਇਸ ਲਈ ਉਹ ਪਦਾਰਥਾਂ ਨਾਲ ਬਹੁਤਾ ਮੋਹ ਨਹੀਂ ਪਾਉਂਦਾ। ਪੁਰਾਣੇ ਵੇਲਿਆਂ 'ਚ ਰੁਪਏ ਭਾਂਡਿਆਂ 'ਚ ਪਾ ਕੇ ਧਰਤੀ 'ਚ ਦੱਬ ਦਿੱਤੇ ਜਾਂਦੇ ਸੀ। ਇਹਨਾਂ ਨੂੰ ਡੋਲਾ ਕਿਹਾ ਜਾਂਦਾ ਸੀ। ਕਹਿੰਦੇ ਨੇ ਜਿੱਥੇ ਡੋਲਾ ਹੋਵੇ ਉੱਥੇ ਉਸ ਧਨ ਦਾ ਰੱਖਿਅਕ ਸੱਪ ਜ਼ਰੂਰ ਰਹਿੰਦਾ ਹੈ। ਕਈ ਲਾਲਚੀ ਲੋਕ ਸੱਪ ਦੀਆਂ ਖੁੱਡਾਂ 'ਚ ਧਨ ਰੋਹੋਲਦੇ ਫਿਰਦੇ ਹਨ। ਇੱਕ ਵਾਰੀ ਦਿਆਲੇ ਹਲਵਾਈ ਦੇ ਘਰ ਦੀ ਇੱਕ ਖੁੱਡ ਵਿੱਚ ਸੱਪ ਜਾਂਦਾ ਵੇਖਿਆ। ਸੱਪ ਅਗਲੇ ਦਿਨ ਫੇਰ ਨਿਕਲਿਆ, ਉਹਨੂੰ ਮਾਰਤਾ ਗਿਆ। ਫਿਰ ਡੋਲਾ ਲੱਭਣ ਲਈ ਉਹ ਥਾਂ ਖੋਦੀ ਗਈ। ਪੂਰੀ ਕੰਧ ਢਾਹ ਦਿੱਤੀ ਗਈ ਪਰ ਡੋਲਾ ਕਿਧਰੋਂ ਵੀ ਨਾ ਲੱਭਾ। ਨਾ ਤਾਂ ਘਰ ਦੀਆਂ ਬੁੱਢੀਆਂ ਕਹਿਣ ਲੱਗੀਆਂ ਲੱਛਮੀਆਂ ਵਾਰੇ ਧੁਰੋਂ ਤੁਰਦੇ ਰਹਿਣਾ ਨਾ, ਤੇ ਇਹ ਜਿਮੀ ਅੰਦਰੋਂ ਵੀ ਤੁਰਨੀ ਤੁਰਨੀ ਕਿੱਥੇ ਨਹੀਂ ਕਿੱਥੇ ਜਾ ਪਹੁੰਚਣੀ ਹੈ। ਤੇ ਕਈ ਵਾਰ ਇਸ ਕੋਠੇ ਵਿੱਚੋਂ ਡੋਲੇ ਨੇ ਟੁਰਨ ਦੀ ਛਣਕਾਰ ਆਈ ਤੇ ਅਸੀਂ ਕਹਿੰਦੀਆਂ ਰਹੀਆਂ ਧਰਤੀ ਪੁੱਟੋ ਡੋਲਾ ਅੱਗੇ ਵੰਝ ਰਿਹਾ, ਪਰ ਸਾਡੀ ਕਿਸੇ ਇੱਕ ਨਾ ਸੁਣੀ। ਕਹਿੰਦੇ ਨੇ ਸੱਪ ਡੋਲੇ ਨਾਲ ਲਿਪਟ ਕੇ ਇਹਨੂੰ ਹੌਲੇ ਹੌਲੇ ਧਰੀਕਦਾ ਕਿੱਥੇ ਦਾ ਕਿੱਥੇ ਲੈ ਜਾਂਦਾ। ਛੋਟੇ ਹੁੰਦਿਆਂ ਜਦੋਂ ਮੈਂ ਰੋਟੀ ਖਾ ਕੇ ਉੱਠਦਾ ਤਾਂ ਇੱਕ ਭਰਮੀ ਅੰਗੜਾਈ ਲੈਂਦਾ। ਭਾਬੀ ਜੀ ਹਮੇਸ਼ਾ ਘੂਰਦੇ, ਰੋਟੀ ਖਾਣ ਮਗਰੋਂ ਆਕੜਾਂ ਭੰਨਣੇ ਵਾਲਾ ਖੋਤੇ ਦੀ ਜੂਨੇ ਪੈਣਾ। ਪਤਾ ਨਹੀਂ ਇਹ ਗੱਲ ਭਾਬੀ ਜੀ ਮੈਨੂੰ ਇਸ ਮਾੜੀ ਆਦਤ ਤੋਂ ਵਰਜਣ ਲਈ ਕਿਹਾ ਕਰਦੇ ਸਨ ਜਾਂ ਇਹ ਲੋਕ ਵਿਸ਼ਵਾਸ ਹੀ ਸੀ। ਰੋਟੀ ਖਾਣ ਪਿੱਛੋਂ ਅੰਗੜਾਈ ਲੈਣ ਦਾ ਖੋਤੇ ਦੀ ਜੂਨ ਨਾਲ ਕੀ ਸੰਬੰਧ? ਸ਼ਾਇਦ ਖੋਤਾ ਜਦੋਂ ਪੇਟ ਭਰ ਕੇ ਖਾ ਲੈਂਦਾ ਹੈ ਤਾਂ ਹੀਂਗਦਾ ਤੇ ਖਰੂਦ ਪਾਉਂਦਾ ਹੈ। ਖੋਤਾ ਆਲਸੀ ਤੇ ਦਲਿਦਰੀ ਮੰਨਿਆ ਗਿਆ ਹੈ। ਜੇ ਕਿਸੇ ਕੰਮ ਦੇ ਸ਼ੁਰੂ ਕਰਨ ਵੇਲੇ ਖੋਤਾ ਹੀਂਗੇ ਉਹ ਕੰਮ ਕਦੇ ਸਿਰੇ ਨਹੀਂ ਚੜ੍ਹਦਾ। ਉਸ ਕੰਮ ਨੂੰ ਅੱਧ ਰਾਹੇ ਛੱਡਣ ਵਿੱਚ ਹੀ ਬਿਹਤਰੀ ਹੈ। ਇਸੇ ਤਰ੍ਹਾਂ ਜੇ ਪੈਂਦਿਆਂ ਸਾਰ ਅੱਗੋਂ ਖੋਤਾ ਹਿਣਕਦਾ ਮਿਲੇ ਤਾਂ ਸਫ਼ਰ 'ਚ ਜਾਨ ਮਾਲ ਨੂੰ ਖਤਰਾ ਰਹਿੰਦਾ ਹੈ। ਸੀਤਲਾ ਮਾਤਾ ਦਾ ਵਾਹਨ ਹੋਣ ਕਰਕੇ ਠੰਡੀ ਅਸ਼ਟਮੀ ਨੂੰ ਖੋਤੇ ਨੂੰ ਪੂਜਿਆ ਜਾਂਦਾ ਹੈ ਤੇ ਬਹੇ ਗੁਲਗੁਲੇ ਤੇ ਹੋਰ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ। ਸੀਤਲਾ ਨੂੰ ਸਾਡੇ ਪਿੰਡ ਠੰਡੀ ਮਾਤਾ ਕਹਿੰਦੇ ਆ। ਧਾਰਨਾ ਹੈ ਕਿ ਠੰਡੀ ਮਾਈ ਖੋਤੇ ਤੇ ਚੜ੍ਹ ਕੇ ਸਾਰੇ ਪਿੰਡ ਦਾ ਗੇੜਾ ਕੱਢਦੀ ਏ। ਨਾ ਤਾਂ ਖੋਤਾ ਵਿਖਾਈ ਦਿੰਦਾ ਤੇ ਨਾ ਹੀ ਠੰਡੀ ਮਾਈ। ਜਿਸ ਬੱਚੇ ਉੱਤੇ ਉਹਦਾ ਪਰਛਾਵਾਂ ਪੈ ਜਾਏ, ਜਿਸ ਘਰ ਅੱਗੋਂ ਲੰਘਦਿਆਂ ਕਿਸੇ ਤੋਂ ਕੋਈ ਅਵੱਗਿਆ ਹੋ ਜਾਏ ਤਾਂ ਅਣਜਾਣੇ ਵਿੱਚ ਉਹਦੇ ਤੇ ਗੰਦਮੰਦ ਸੁੱਟਿਆ ਜਾਂਦਾ ਹੈ। ਉੱਥੇ ਉਹ ਆਪਣਾ ਜ਼ੋਰ ਦਰਸਾਉਂਦੀ ਹੈ। ਪਸ਼ੂਆਂ ਵਿੱਚੋਂ ਘੋੜਾ ਬੜੇ ਗੌਰਵ ਵਾਲਾ ਮੰਨਿਆ ਗਿਆ ਹੈ। ਵੱਡੇ ਕਹਿੰਦੇ ਨੇ ਸੂਰਜ ਦੇ ਨੂਰੀ ਰੱਥ ਨੂੰ 7 ਘੋੜੇ ਖਿੱਚਦੇ ਨੇ। ਸੂਰਜ ਨੇ ਸਾਰੀ ਸ੍ਰਿਸ਼ਟੀ ਦਾ ਸਫ਼ਰ ਤੈਅ ਕਰਕੇ ਹਰ ਥਾਂ ਆਪਣੀ ਰੌਸ਼ਨੀ ਪਹੁੰਚਾਉਣੀ ਹੁੰਦੀ ਹੈ ਤੇ ਸੂਰਜ ਦੇ ਰੱਥ ਨੂੰ ਹਿੱਕਣ ਸਦਕਾ ਘੋੜੇ ਦੀ ਸਾਰੀ ਜਾਤੀ ਵਿੱਚ ਸੂਰਜ ਦੀ ਸ਼ਕਤੀ ਤੇ ਜਲਾਲ ਦਾ ਕੁਝ ਅੰਸ਼ ਰਚ ਗਿਆ ਹੈ, ਜਿਸ ਕਰਕੇ ਪੈਂਦੇ ਸਾਰ ਜਾਂ ਕੰਮ ਦੇ ਆਰੰਭ ਵਿੱਚ ਘੋੜਾ ਹਿਣਕੇ ਤੇ ਸ਼ੁਭ ਮੁਹੂਰਤ ਹੈ। ਸੂਰਜ ਦਾ ਵਾਹਨ ਹੋਣ ਕਰਕੇ ਘੋੜਾ ਪਵਿੱਤਰ ਮੰਨਿਆ ਗਿਆ ਹੈ। ਨਾਨਾ ਜੀ ਜਦੋਂ ਵੀ ਕੋਈ ਨਵਾਂ ਭਾਂਡਾ ਖਰੀਦ ਕੇ ਲਿਆਉਂਦੇ ਬੇਜੀ ਪਹਿਲਾਂ ਹਵੇਲੀ 'ਚ ਵੱਜੇ ਘੋੜੇ ਨੂੰ ਸੁਗਾਉਂਦੇ ਹੋਏ ਕਹਿੰਦੇ, ਸੁੱਚਾ ਰੱਖੀ ਭਰਿਆ ਰੱਖੀ ਖਾਣ ਵਾਲੇ ਦੀਆਂ ਸੱਤੇ ਖੈਰਾਂ। ਬੇਜੀ ਕਦੇ ਕਦੇ ਤੁਕਾਂ ਵੀ ਉਚਾਰਦੇ, ਨਿੱਤ ਰਸੋਈ ਤੇਰੀਏ ਘਿਓ ਮੈਦਾ ਪੱਕੇ ਜੁਗ ਜੁਗ ਜੀਵੇ ਖੈਰ ਨਾਲ ਜਿਹੜਾ ਵੀ ਛਕੇ। ਫਿਰ ਬੇਜੀ ਉਸ ਭਾਂਡੇ ਨੂੰ ਸਤਨਾਜੇ ਗੁੜ ਜਾਂ ਕੌਂਕਣ ਬੇਰਾਂ ਨਾਲ ਭਰ ਦਿੰਦੇ। ਕਹਿੰਦੇ ਨੇ ਇਸ ਤਰ੍ਹਾਂ ਘਰ 'ਚ ਬਰਕਤ ਰਹਿੰਦੀ ਏ। ਘੋੜਾ ਸੂਰਜ ਦਾ ਅਵਤਾਰ ਏ। ਜਦੋਂ ਕਦੇ ਸੂਰਜ ਸਵੇਰੇ ਨਾ ਚੜੇ ਅਥਵਾ ਬੱਦਲਾਂ 'ਚ ਘਿਰਿਆ ਹੋਣ ਕਰਕੇ ਵਿਖਾਈ ਨਾ ਦੇ ਤਾਂ ਪਿੰਡ ਦਾ ਮਿਸ਼ਰ ਸਾਡੀ ਹਵੇਲੀ 'ਚ ਆ ਕੇ ਘੋੜੇ ਨੂੰ ਪੂਜ ਲੈਂਦਾ। ਉਹ ਰੋਜ਼ ਸਵੇਰੇ ਚੜ੍ਹਦੇ ਸਾਰ ਸੂਰਜ ਨੂੰ ਪੂਜਿਆ ਕਰਦਾ ਸੀ। ਘੋੜੇ ਨੂੰ ਪੂਜਣ ਵੇਲੇ ਜੇ ਕੋਈ ਕਾਰਨ ਪੁੱਛਦਾ ਤਾਂ ਕਹਿੰਦਾ ਹੈ, ਇੱਕ ਵੇਰ ਸੂਰਜ ਦੀ ਗਰਮੀ ਤੇ ਜਲਾਲ ਤੋਂ ਘਬਰਾ ਕੇ ਉਹਦੀ ਪਤਨੀ ਸੰਜਨਾ ਆਪਣੀ ਥਾਂ ਛਾਇਆ ਨੂੰ ਛੱਡ ਕੇ ਖੁਦ ਜੰਗਲ 'ਚ ਘੋੜੀ ਦਾ ਰੂਪ ਧਾਰ ਕੇ ਰਹਿਣ ਲੱਗ ਪਈ ਤੇ ਜਦੋਂ ਸੂਰਜ ਨੂੰ ਇਸ ਗੱਲ ਦਾ ਗਿਆਨ ਹੋਇਆ ਤਾਂ ਉਹ ਵੀ ਘੋੜੇ ਦਾ ਰੂਪ ਧਾਰ ਕੇ ਜੰਗਲ 'ਚ ਘੋੜੀ ਦੀ ਸ਼ਕਲ 'ਚ ਵਿਚਰਦੀ ਸੰਜਨਾ ਨਾਲ ਜਾ ਵਸਿਆ। ਦੋਹਾਂ ਦੇ ਸੰਜੋਗ ਤੋਂ ਅਸ਼ਵਨੀ ਕੁਮਾਰ ਜੋੜੇ ਭਰਾ ਜੰਮੇ। ਇਸ ਵਾਸਤੇ ਘੋੜਾ ਸੂਰਜ ਦਾ ਅਵਤਾਰ ਹੈ। ਘੋੜਿਆਂ ਵਿੱਚੋਂ 5 ਕਲਿਆਣੀ ਘੋੜਾ ਬੜਾ ਸ਼ੁਭ ਮੰਨਿਆ ਗਿਆ। ਅਜਿਹੇ ਘੋੜੇ ਦੇ ਮੱਥੇ ਤੇ ਦੋਹਾਂ ਲੱਤਾਂ ਉੱਤੇ ਚਿੱਟੇ ਫੁੱਲ ਵਰਗੇ ਨਿਸ਼ਾਨ ਹੁੰਦੇ ਆ। ਜਿਹਦੇ ਕਿੱਲੇ ਤੇ 5 ਕਲਿਆਣੀ ਵੱਜਾ ਹੋਵੇ ਉੱਥੇ ਵਲਾਂ ਛਲਾਂ ਹੋ ਜਾਂਦੀਆਂ ਨੇ। ਸਾਡੇ ਪਿੰਡ ਵਿੱਚ ਸਭ ਤੋਂ ਨੈਸ਼ ਪਸ਼ੂ ਗਿੱਧ ਤੇ ਬਿੱਲੀ ਮੰਨੇ ਗਏ ਨੇ।
ਗਿੱਧ ਮੁਰਦਾਰ ਖਾਂਦੀ ਏ ਤੇ ਉਹ ਹਮੇਸ਼ਾ ਬਰਬਾਦੀ ਮੰਗਦੀ ਏ। ਜਿਸ ਕੋਠੇ ਦੀ ਮਮਟੀ ਤੇ ਜੇ ਗਿੱਧ ਆਮ ਬੈਠੇ ਤਾਂ ਉੱਥੇ ਕੋਈ ਨਾ ਕੋਈ ਭਾਣਾ ਵਰਤਨ ਦਾ ਸੰਸਾ ਬਣਿਆ ਰਹਿੰਦਾ ਹੈ। ਤੇ ਜੇ ਬਿੱਲੀ ਕਿਸੇ ਦਾ ਰਾਹ ਕੱਟ ਜਾਏ ਤਾਂ ਕਹਿੰਦੇ ਨੇ ਕੰਮ ਜਾਂ ਤਾਂ ਹੁੰਦਾ ਨਹੀਂ ਜਾਂ ਫਿਰ ਵਿਗੜ ਜਾਂਦਾ ਹੈ। ਇਸ ਵਾਸਤੇ ਘਰੋਂ ਕੰਮ ਵਾਸਤੇ ਨਿਕਲਣ ਲੱਗਿਆਂ ਬਿੱਲੀ ਨੂੰ ਉਚੇਚਾ ਧਿਆਨ ਵਿੱਚ ਰੱਖਿਆ ਜਾਂਦਾ। ਜਦੋਂ ਕਦੇ ਵਿਹੜੇ 'ਚ ਬਿੱਲੀ ਗੇੜੇ ਕੱਟਦੀ ਹੁੰਦੀ ਹੈ, ਬੇਜੀ ਚੁਆਤੀ ਲੈ ਕੇ ਉਹਦੇ ਪਿੱਛੇ ਪੈ ਜਾਂਦੇ। ਆਖਦੇ ਇਹ ਤਾਂ ਈਸ਼ਰਾ ਮਿਸ਼ਰਾਣੀ ਏ, ਜੀਂਦਿਆਂ ਰੋਜ਼ ਹੰਦੇ ਮੰਗਣ ਅੱਜ ਆ ਵਹਿੰਦੀ ਆਈ, ਹੁਣ ਦੁੱਧ ਲੱਕਣ। ਇਸ ਕੁੱਤੀ ਰੰਨਾ ਮਰ ਕੇ ਵੀ ਅਸਾਂ ਨਾ ਖਹਿੜਾ ਨਹੀਂ ਛੇੜਿਆ। ਤੇ ਲੋਕਾਂ ਦਾ ਵਿਚਾਰ ਹੈ ਕਿ ਜਿਹੜੀ ਮਿਸ਼ਰਾਣੀ ਬਹੁਤੀ ਲਾਲਚਨ ਹੋਵੇ ਤੇ ਜਿਹਦੀਆਂ ਅੱਖਾਂ 'ਚ ਭੁੱਖ ਜੰਮੀ ਰਹੇ, ਉਹ ਮਰਨ ਮਗਰੋਂ ਬਿੱਲੀ ਦੀ ਜੂਨੇ ਪੈਂਦੀ ਹੈ। ਇੱਕ ਵਾਰ ਗਰਮੀਆਂ ਦੇ ਦਿਨੇ ਅਸੀਂ ਕੋਠੇ ਤੇ ਲੇਟੇ ਪਏ ਸਾਂ ਤੇ ਬਨੇਰੇ ਤੇ ਦੁੱਧ ਪਿਆ ਸੀ ਤੇ ਇੱਕ ਬਿੱਲੀ ਨੂੰ ਬਾਰ-ਬਾਰ ਗੇੜੇ ਕੱਢਦੇ ਵੇਖ ਪਿਤਾ ਜੀ ਨੇ ਉਹਨੂੰ ਦਾ ਨਾਲ ਪੁੱਛਲੋਂ ਫੜ ਲਿਆ ਤੇ ਜ਼ੋਰ ਦੀ ਘੁਮਾ ਕੇ ਗਲੀ 'ਚ ਪਟਕਾ ਕੇ ਮਾਰਿਆ। ਬਿੱਲੀ ਜਿੱਥੇ ਡਿੱਗੀ ਉੱਥੇ ਮੁੱਦੀ ਹੋ ਗਈ। ਬੇਜੀ ਘਬਰਾ ਗਏ। ਬੱਚਿਆ ਹੇਕੇ ਕੀਤਾ ਈ, ਬਿੱਲੀ ਨਹੀਂ ਹੱਤਿਆ ਨਾ ਪਾਪ ਤਾਂ ਗਊ ਬ੍ਰਾਹਮਣ ਨਹੀਂ ਹੱਤਿਆ ਦੇ ਬਰਾਬਰ ਹੁੰਨਾ। ਤੇ ਜੇ ਬਿੱਲੀ ਮਰ ਗਈ ਹੋਈ ਤਾਂ ਧੁੱਗੀ ਪਾਪ ਬਖਸ਼ਾਉਣ ਵਾਸਤੇ ਕਪਾਲ ਮੁੱਚਣ ਵੰਜੀ ਕੇ ਇਸ਼ਨਾਨ ਕਰਨਾ ਪੈਸੀ, ਜਾਂ ਫਿਰ ਸੋਨੇ ਨੇ ਬਿੱਲੀ ਮਿਸ਼ਰਾਣੀ ਕੀ ਦਾਨ ਕਰਨੀ ਪੈਸੀ। ਤੇ ਦੋਵੇਂ ਗੱਲਾਂ ਸੁਖਾਲੀਆਂ ਨਹੀਂ। ਹੇ ਤੁਧ ਕੇ ਕੀਤਾ। ਇਹ ਸਭ ਪਖੰਡੇ ਮੈਂ ਗੱਲਾਂ ਨਹੀਂ ਮੰਨਦਾ। ਪਿਤਾ ਜੀ ਇਹ ਕਹਿੰਦੇ ਹੋਏ ਮੰਜੇ ਤੇ ਆਰਾਮ ਨਾਲ ਲੇਟ ਗਏ। ਬਿੱਲੀ ਦੀ ਹਯਾ ਸਿਰਫ ਬਿੱਲੀ ਦੀ ਹੱਤਿਆ ਹੈ, ਨਾ ਬ੍ਰਾਹਮਣ ਦੀ ਹੈ ਨਾ ਗਊ ਦੀ। ਪਰ ਬੇਜੀ ਪੌੜੀਆਂ ਉਤਰਦੇ ਹੋਏ ਹੇਠਾਂ ਵਿਹੜੇ 'ਚ ਗਏ ਤੇ ਫਿਰ ਕੁੰਡਾ ਖੋਲ ਕੇ ਪਿਛਲੇ ਪਾਸੇ ਗਲੀ 'ਚ ਪੁੱਜੇ ਤਾਂ ਜੋ ਬਿੱਲੀ ਧੁੜਕਦੀ ਹੋਵੇ ਤਾਂ ਮਰਨੋਂ ਬਚਾ ਲਈ ਜਾਏ। ਬਿੱਲੀ ਉਸੇ ਤਰ੍ਹਾਂ ਨਿਸਤੀ ਗਲੀ 'ਚ ਪਈ ਸੀ। ਅਚਾਨਕ ਉਹਨੂੰ ਕੁੱਤਿਆਂ ਦੇ ਗੁਰਰਾਣ ਦੀ ਆਵਾਜ਼ ਆਈ। ਉਹ ਦੌੜ ਕੇ ਹਵੇਲੀ ਵੱਲ ਲੰਘ ਗਈ। ਬੇਜੀ ਬੜੀ ਖੁਸ਼ ਹੋਈ ਕਿ ਬਿੱਲੀ ਮਰੀ ਨਹੀਂ। 7 ਤੇ 20 ਖੈਰਾਂ ਸਨ ਤੇ ਸਾਡੇ ਘਰ ਦੇ ਕੋਠੇ ਤੋਂ ਦੂਰ ਇੱਕ ਉੱਚੀ ਦੰਦੀ ਵਿਖਾਈ ਦਿੰਦੀ ਸੀ। ਉੱਥੇ ਹਿਰਨ ਚੁੰਗੀਆਂ ਭਰਦੇ ਫਿਰਦੇ। ਇੱਕ ਵਾਰ ਪਿੰਡ ਦੇ ਕੁਝ ਗੱਭਰੂ ਉੱਧਰ ਨਿਕਲ ਗਏ। ਇੱਕ ਹਰਨੋਟਾ ਫੜ ਲਿਆ। ਕਾਲੇ ਰੰਗ ਦਾ ਉਹ ਹਰਨੋਟਾ ਨਿੱਕੀਆਂ ਨਿੱਕੀਆਂ ਟਪੂਸੀਆਂ ਭਰਦਾ ਬੜਾ ਪਿਆਰਾ ਲੱਗਦਾ। ਤੇ ਇੱਕ ਦਿਨ ਇੱਕ ਗੱਭਰੂ ਉਸ ਹਰਨੋਟੇ ਨੂੰ ਸਾਡੇ ਘਰ ਲੈ ਕੇ ਆਇਆ। ਨਾਨਾ ਜੀ ਕਿੰਨਾ ਚਿਰ ਹਰਨੋਟੇ ਦੀ ਪਿੱਠ ਤੇ ਹੱਥ ਫੇਰਦੇ ਰਹੇ। ਫਿਰ ਉਹਨਾਂ ਨੇ ਹਿਰਨ ਬਾਰੇ ਇੱਕ ਕਥਾ ਸੁਣਾਈ। ਭਰਥਰੀ ਹਰੀ ਇੱਕ ਵਾਰ ਜੰਗਲ 'ਚ ਸ਼ਿਕਾਰ ਖੇਡਣ ਵਾਸਤੇ ਗਿਆ। ਉਹਨੂੰ ਹਿਰਨਾਂ ਦੀ ਇੱਕ ਡਾਰ ਵਿਖਾਈ ਦਿੱਤੀ ਜਿਸ 'ਚੋਂ ਇੱਕ ਹਿਰਨ ਸੀ ਤੇ ਬਾਕੀ 70 ਹਿਰਨੀਆਂ। ਭਰਥਰੀ ਹਰੀ ਨੇ ਹਿਰਨ ਨੂੰ ਨਿਸ਼ਾਨਾ ਬਣਾਉਣ ਦੇ ਬੜੇ ਯਤਨ ਕੀਤੇ ਪਰ ਉਹ ਸਫਲ ਨਾ ਹੋਇਆ। ਇੱਕ ਹਿਰਨੀ ਭਰਥਰੀ ਹਰੀ ਕੋਲ ਆ ਕੇ ਕਹਿਣ ਲੱਗੀ, ਮਹਾਰਾਜ ਤੁਸੀਂ ਮੇਰੇ ਸੁਆਮੀ ਦੀ ਜਾਨ ਬਖਸ਼ ਦਿਓ, ਉਹਦੇ ਬਦਲੇ ਮੈਨੂੰ ਭਾਵੇਂ ਕੋ ਸੁੱਟੋ ਤੇ ਮੈਂ ਖੱਤਰੀ ਹਾਂ, ਹਿਰਨਾਂ ਦਾ ਸ਼ਿਕਾਰ ਖੇਡਦਾ, ਹਿਰਨੀਆਂ ਦਾ ਨਹੀਂ। ਭਰਥਰੀ ਹਰੀ ਨੇ ਆਪਣੀ ਮਨ ਦੀ ਗੱਲ ਦੱਸੀ ਤੇ ਫਿਰ ਹਿਰਨ ਦੀ ਨਸ਼ਿਸਤ ਬੰਨਣ ਲੱਗਾ। ਹਿਰਨੀ ਦੌੜਦੀ ਹੋਈ ਹਿਰਨ ਕੋਲ ਗਈ ਤੇ ਕਹਿਣ ਲੱਗੀ, ਇਹ ਸਾਡਾ ਰਾਜਾ ਏ, ਤੇਰਾ ਪਿੱਛਾ ਕਰਦਾ ਕਰਦਾ ਹਫ ਗਿਆ, ਇਹ ਤੈਨੂੰ ਹੀ ਖਾਣਾ ਚਾਹੁੰਦਾ, ਤੂੰ ਆਪਣਾ ਆਪ ਇਹਦੇ ਹਵਾਲੇ ਕਰ ਦੇ। ਇਹ ਗੱਲ ਸੁਣ ਕੇ ਹਿਰਨ ਉੱਥੇ ਖੜਾ ਹੋ ਗਿਆ ਤੇ ਭਰਥਰੀ ਹਰੀ ਨੇ ਉਹਨੂੰ ਤੀਰ ਨਾਲ ਵਿੰਨ ਸੁੱਟਿਆ। ਹਿਰਨ ਤੜਪਦਾ ਹੋਇਆ ਮੁੱਦਾ ਜਾ ਪਿਆ ਤੇ ਜਦੋਂ ਭਰਥਰੀ ਹਿਰਨ ਦੇ ਕੋਲ ਪੁੱਜਾ ਤਾਂ ਹਿਰਨ ਦੀਆਂ ਅੱਖਾਂ 'ਚ ਇੱਕ ਤਰਲਾ ਜਾ ਵੇਖਿਆ। ਭਰਥਰੀ ਹਿਰਨ ਨੂੰ ਪਲੋਸਦੇ ਕਹਿਣ ਲੱਗਾ, ਤੂੰ ਕੀ ਚਾਹੁੰਦਾ ਹੈ? ਮੈਂ ਤੇਰੀ ਆਖਰੀ ਖੁਆਇਸ਼ ਪੂਰੀ ਕਰਾਂਗਾ। ਮੈਂ ਖੁਦ ਮਰਜ਼ੀ ਨਾਲ ਇਹ ਮੌਤ ਕਬੂਲੀ ਏ। ਜ਼ਿੰਦਗੀ ਬੜੀ ਪਿਆਰੀ ਚੀਜ਼ ਏ ਤੇ ਮੈਂ ਇਸ ਦੁਨੀਆ 'ਚ ਕਿਸੇ ਨਾ ਕਿਸੇ ਸ਼ਕਲ 'ਚ ਆਪਣੀ ਹੋਂਦ ਕਾਇਮ ਰੱਖਣੀ ਚਾਹੁੰਦਾ। ਹਿਰਨ ਨੇ ਤਰਲਾ ਕੀਤਾ, ਇਸ ਵਾਸਤੇ ਤੂੰ ਮੇਰੇ ਪੈਰ ਚੋਰ ਨੂੰ ਦੇਵੀਂ ਤਾਂ ਜੋ ਚੌਂਕੜੀਆਂ ਭਰਦਾ ਹੋਇਆ ਆਪਣੀ ਜਾਨ ਬਚਾ ਕੇ ਨੱਠ ਸਕੇ। ਮੇਰੇ ਸਿੰਘ ਕਿਸੇ ਜੋਗੀ ਨੂੰ ਦੇਵੀਂ ਤਾਂ ਜੋ ਉਸ ਵਿੱਚੋਂ ਨਾਦ ਕੱਢ ਕੇ ਸਹਿਜ ਅਵਸਥਾ ਦਾ ਆਨੰਦ ਮਾਣ ਸਕੇ। ਮੇਰੀ ਛਾਲ ਮਤਲਬ ਮ੍ਰਿਗ ਛਾਲ ਕਿਸੇ ਵੈਰਾਗੀ ਨੂੰ ਦੇਈ ਤਾਂ ਜੋ ਉਹਦੇ ਤੇ ਸਮਾਧੀ ਲਗਾ ਸਕੇ। ਮੇਰੀਆਂ ਅੱਖਾਂ ਕਿਸੇ ਖੂਬਸੂਰਤ ਔਰਤ ਨੂੰ ਦੇਈ ਤਾਂ ਜੋ ਮ੍ਰਿਗ ਨੈਣੀ ਅਖਵਾ ਸਕੇ ਤੇ ਮੇਰਾ ਮਾਸ ਤੂੰ ਖੁਦ ਖਾ ਲਈ। ਹਿਰਨ ਦੀ ਇਹ ਗੱਲ ਸੁਣ ਕੇ ਭਰਥਰੀ ਦੇ ਮਨ 'ਚ ਵੈਰਾਗ ਪੈਦਾ ਹੋ ਗਿਆ। ਉਸੇ ਵੇਲੇ ਗੋਰਖਨਾਥ ਦੇ ਟਿੱਲੇ ਤੇ ਗਿਆ ਤੇ ਗੋਰਖਨਾਥ ਨੂੰ ਸਾਰੀ ਗੱਲ ਜਾ ਦੱਸੀ। ਗੋਰਖਨਾਥ ਭਰਥਰੀ ਨਾਲ ਨਾਰਾਜ਼ ਹੁੰਦੇ ਕਹਿਣ ਲੱਗੇ, ਇਹ ਹਿਰਨ ਤਾਂ ਮੇਰਾ ਚੇਲਾ ਸੀ, ਤੂੰ ਇਹਨੂੰ ਕਿਉਂ ਮਾਰ ਸੁੱਟਿਆ? ਗੋਰਖਨਾਥ ਉਸੇ ਵੇਲੇ ਭਰਥਰੀ ਦੇ ਨਾਲ ਤੁਰ ਪਏ ਤੇ ਜੰਗਲ 'ਚ ਉੱਥੇ ਪੁੱਜੇ ਜਿੱਥੇ ਹਿਰਨ ਮੁੱਦਾ ਪਿਆ ਸੀ। ਗੋਰਖਨਾਥ ਨੇ ਹਿਰਨ ਦੇ ਸਿਰ ਤੇ ਹੱਥ ਫੇਰਿਆ ਤੇ ਮੁੜ ਸੁਰਜੀਤ ਹੋ ਗਿਆ। ਨਾਨਾ ਜੀ ਕਥਾ ਸੁਣਾ ਕੇ ਉਸ ਗੱਭਰੂ ਨੂੰ ਕਹਿਣ ਲੱਗੇ, ਤੂੰ ਇਸ ਹਿਰਨੋਟਿਆਂ ਛੱਡ ਦੇ। ਹਿਰਨ ਤਾਂ ਜੋਗੀ ਹੁੰਦੇ ਨੇ, ਪਤਾ ਨਹੀਂ ਕਿਸ ਜੋਗੀ ਦੀ ਰੂਹ ਇਸ ਨੇ 'ਚ ਸਮਾਈ ਹੋਵੇ। ਪਰ ਉਸ ਗੱਭਰੂ ਨੇ ਨਾਨਾ ਜੀ ਦੀ ਗੱਲ ਦੀ ਉੱਕੀ ਪਰਵਾਹ ਨਾ ਕੀਤੀ ਤੇ ਨਾਨਾ ਜੀ ਹੱਸ ਪਏ। ਨਾ ਛੱਡ ਪੁੱਤਰਾ, ਬੇਸ਼ੱਕ ਨਾ ਛੱਡੇ ਤਾਂ ਜੋਗੀ ਏ, ਕੱਲ ਤੈਨੂੰ ਵੀ ਵਿਰਕਤ ਬਣਾ ਦੇ ਸੀ। ਘਰ-ਬਾਰ ਛੱਡ ਕੇ ਤੂੰ ਵੀ ਜੋਗੀਆਂ ਵਾਂਗ ਜੰਗਲਾਂ 'ਚ ਭਟਕਦਾ ਫਿਰਸੈਂ। ਹਿਰਨ ਪਾਲਣ ਵਾਲੇ 'ਚ ਹਮੇਸ਼ਾ ਤਿਆਗਨੀ ਬਿਰਤੀ ਜਾਗ ਪੈਣੀ ਹੈ। ਤੇ ਗੱਲ ਸੁਣ ਕੇ ਉਹ ਗੱਭਰੂ ਘਬਰਾ ਗਿਆ। ਉਹਦਾ ਕੁਝ ਮਹੀਨਿਆਂ ਤੱਕ ਵਿਆਹ ਸੀ। ਉਹ ਦੋਸਤਾਂ ਨੂੰ ਨਾਲ ਲੈ ਕੇ ਉਸੇ ਵੇਲੇ ਦੰਦੀ ਵੱਲ ਗਿਆ ਤੇ ਹਿਰਨੋਟੇ ਨੂੰ ਉੱਥੇ ਛੱਡ ਆਇਆ।
ਪਰ ਮੈਨੂੰ ਸਭਨਾਂ ਚੋਂ ਵੱਧ ਪਿਆਰਾ ਕੁੱਕੜ ਲੱਗਦਾ ਸੀ। ਪੰਛੀ ਦਾ ਪੰਛੀ, ਜਾਨਵਰ ਦਾ ਜਾਨਵਰ। ਨਿੱਕੀ ਜਿਹੀ ਉਡਾਰੀ ਵੀ ਭਰ ਲੈਂਦਾ ਤੇ ਵਿਹੜੇ 'ਚ ਸਾਰਾ ਦਿਨ ਗਰਦਨ ਚੁੱਕੀ ਮਹਾਰਾਜੇ ਵਾਂਗ ਘੁੰਮਦਾ ਰਹਿੰਦਾ। ਸਿਰ ਤੇ ਕਲਗੀ ਜਿਵੇਂ ਪਿਛਲੇ ਜਨਮ ਦਾ ਮਹਾਰਾਜਾ ਹੋਵੇ। ਕਹਿੰਦੇ ਨੇ ਪਿਛਲੇ ਜਨਮ 'ਚ ਕੁੱਕੜ ਉੱਡਿਆ ਕਰਦੇ ਸਨ, ਇੱਲਾਂ ਕਾਵਾਂ ਵਾਂਗ, ਤੇ ਜਦੋਂ ਸਵੇਰ ਹੁੰਦੀ ਤੇ ਬਨੇਰੇ ਬਹਿ ਕੇ ਬਾਂਗ ਦਿੱਤਾ ਕਰਦੇ ਸਨ। ਫਿਰ ਜਦੋਂ ਇੰਦਰ ਨੇ ਅਹਲਿਆ ਨੂੰ ਭੋਗਣ ਲਈ ਚੰਦਰਮੇ ਤੋਂ ਮਦਦ ਮੰਗੀ ਤੇ ਚੰਦਰਮੇ ਨੇ ਕੁੱਕੜ ਦਾ ਰੂਪ ਧਾਰ ਕੇ ਗੌਤਮ ਦੇ ਮਨ 'ਚ ਸਰਗੀ ਦਾ ਭੁਲੇਖਾ ਪਾਉਣ ਲਈ ਉਹਦੇ ਬਨੇਰੇ ਤੇ ਬਾਂਗ ਦਿੱਤੀ ਤੇ ਗੌਤਮ ਸਰਗੀ ਵੇਲਾ ਜਾਣ ਕੇ ਨਦੀ ਤੇ ਇਸ਼ਨਾਨ ਕਰਨ ਚਲਾ ਗਿਆ। ਪਿੱਛੋਂ ਇੰਦਰ ਨੇ ਗੌਤਮ ਦਾ ਰੂਪ ਧਾਰ ਕੇ ਅਹਲਿਆ ਨੂੰ ਭੋਗਿਆ ਤੇ ਜਦੋਂ ਰਿਸ਼ੀ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਹਨੇ ਕੁੱਕੜ ਨੂੰ ਸਰਾਪ ਦਿੱਤਾ, ਤੂੰ ਮੇਰੇ ਨਾਲ ਦਗਾ ਖੇਡਿਆ, ਤੂੰ ਹੁਣ ਹਵਾ 'ਚ ਉਡਾਰੀ ਨਹੀਂ ਭਰ ਸਕੇਗਾ। ਉਦੋਂ ਤੋਂ ਕੁੱਕੜ ਉਡਾਰੀ ਭੁੱਲ ਬੈਠਾ ਤੇ ਜਦੋਂ ਕਿਧਰੇ ਕੁੱਕੜ ਦੀ ਗੱਲ ਚੱਲਦੀ ਮੇਰੇ ਪਿਤਾ ਜੀ ਨੈਣ ਦੇ ਕੁੱਕੜ ਦੀ ਗੱਲ ਜ਼ਰੂਰ ਸੁਣਾਇਆ ਕਰਦੇ। ਇੱਕ ਪਿੰਡ 'ਚ ਸਿਰਫ ਨੈਣ ਕੋਲ ਹੀ ਕੁੱਕੜ ਸੀ ਜਿਹੜਾ ਸਰਗੀ ਵੇਲੇ ਬਾਂਗ ਦਿੱਤਾ ਕਰਦਾ ਸੀ। ਇੱਕ ਵਾਰ ਨੈਣ ਪਿੰਡ ਦੇ ਲੋਕਾਂ ਨਾਲ ਕਿਸੇ ਗੱਲੋਂ ਝਗੜ ਪਈ। ਉਹਨੇ ਆਪਣਾ ਕੁੱਕੜ ਪਿਛਲੀ ਕੋਠੀ 'ਚ ਛੁਪਾ ਦਿੱਤਾ ਤੇ ਗਲੀ 'ਚ ਖੜੇ ਲੋਕਾਂ ਨੂੰ ਕਹਿਣ ਲੱਗੀ, ਵੇਖਸਾਂ ਕੱਲ ਸਵੇਲੇ ਸੂਰਜ ਕਿਵੇਂ ਚੜ੍ਹ ਸੀ, ਨਾ ਕੁੱਕੜ ਬਾਂਗਦੇ ਸੀ ਨਾ ਪੌ ਫੁੱਟ ਸੀ। ਧੰਨਵਾਦ।